ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੀਬੀਸੀ। ਮੈਂ ਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ। ਖਬਰਾਂ ਦੇ ਬੁਲਟਨ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ। ਪਹਿਲੀ ਖਬਰ ਗ੍ਰੀਸ ਤੋਂ ਆ। ਯੂਰਪ ਦੇ ਦੇਸ਼ ਗ੍ਰੀਸ ਦੇ ਵਿੱਚ ਅੱਜ ਤੜਕੇ ਇੱਕ ਰੇਲ ਦੁਰਘਟਨਾ ਵਾਪਰੀ ਹੈ, ਜਿਸ ਦੇ ਵਿੱਚ ਇੱਕ ਯਾਤਰੀਆਂ ਵਾਲੀ ਟ੍ਰੇਨ ਦੀ ਇੱਕ ਮਾਲ ਗੱਡੀ ਦੇ ਨਾਲ ਟੱਕਰ ਹੋਈ ਹੈ, ਜਿਸ ਦੇ ਵਿੱਚ 126 ਲੋਕਾਂ ਦੀ ਮੌਤ ਹੋ ਗਈ ਹੈ ਅਤੇ 85 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਨੇ। ਐਥਨਸ ਤੋਂ ਲਗਭਗ 380 ਕਿਲੋਮੀਟਰ ਦੂਰ ਉੱਤਰ ਦੇ ਵੱਲ ਇਹ ਜਿਹੜੀ ਘਟਨਾਕ੍ਰਮ ਵਾਪਰਿਆ, ਇਹ ਦੁਰਘਟਨਾ ਵਾਪਰੀ ਹੈ, ਰੇਲ ਦੁਰਘਟਨਾ ਵਾਪਰੀ ਹੈ, ਜਿਸ ਤੋਂ ਬਾਅਦ ਇਸ ਦੁਰਘਟਨਾ ਤੋਂ ਬਾਅਦ ਕਈ ਡੱਬੇ ਜਿਹੜੇ ਨੇ ਉਹ ਪਟੜੀ ਤੋਂ ਉਤਰ ਜਾਂਦੇ ਨੇ ਅਤੇ 3 ਡੱਬਿਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਟ੍ਰੇਨ ਦੇ ਵਿੱਚ ਬਹੁਤ ਸਾਰੇ 350 ਯਾਤਰੀ ਨੇ ਜਿਹੜੇ ਉਹ ਸਫ਼ਰ ਕਰ ਰਹੇ ਸਨ। ਯਾਤਰੀ ਟ੍ਰੇਨ ਦੇ ਵਿੱਚ 350 ਯਾਤਰੀ ਸਫ਼ਰ ਕਰ ਰਹੇ ਸਨ, ਜਿਨ੍ਹਾਂ ਦੇ ਵਿੱਚੋਂ 126 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 85 ਤੋਂ ਵਧੇਰੇ ਲੋਕ ਜ਼ਖਮੀ ਨੇ, ਜਿਨ੍ਹਾਂ ਨੂੰ ਨੇੜਲੇ ਸ਼ਹਿਰ ਲਾਰੀਸਾ ਦੇ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਬਚਾਓ ਕਾਰਜ ਨੇ ਜਿਹੜੇ ਉਹ ਜਾਰੀ ਨੇ। ਇਹ ਟ੍ਰੇਨ ਹੈ ਜਿਹੜੀ ਐਥਨਸ ਤੋਂ ਥੈਸਾਲੋਨੀਕੀ ਸ਼ਹਿਰ ਦੇ ਵੱਲ ਜਾ ਰਹੀ ਸੀ। ਥੈਸਾਲੋਨੀਕੀ ਸ਼ਹਿਰ ਦੇ ਵੱਲ ਇਹ ਟ੍ਰੇਨ ਜਾ ਰਹੀ ਸੀ, ਜਿੱਥੇ ਕਿ ਇੱਕ ਮਾਲ ਗੱਡੀ ਦੇ ਨਾਲ ਇਸ ਯਾਤਰੀਆਂ ਵਾਲੀ ਟ੍ਰੇਨ ਦੀ ਭਿਆਨਕ ਦੁਰਘਟਨਾ ਵਾਪਰੀ, ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਦੇ ਵਿੱਚ 126 ਲੋਕਾਂ ਦੀ ਮੌਤ ਹੋ ਗਈ ਹੈ। 3 ਡੱਬੇ ਨੇ ਜਿਹੜੇ ਪਟੜੀ ਤੋਂ ਉਤਰ ਜਾਂਦੇ ਨੇ, ਕਈ ਡੱਬਿਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ। ਰਾਹਤ ਕਾਰਜਾਂ ਦੇ ਵਿੱਚ ਉਹਨਾਂ ਅੱਗ ਉੱਤੇ ਕਾਬੂ ਪਾ ਲਿਆ, ਪਰ 126 ਲੋਕਾਂ ਦੀ ਮੌਤ ਹੋਈ ਹੈ, 85 ਤੋਂ ਵਧੇਰੇ ਲੋਕ ਜ਼ਖਮੀ ਹੋਏ ਨੇ। 350 ਲੋਕ ਇਸ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸਨ। ਐਥਨਸ ਤੋਂ ਲੈ ਕੇ ਥੈਸਾਲੋਨੀਕੀ ਸ਼ਹਿਰ ਦੇ ਵੱਲ ਜਾ ਰਹੇ ਸਨ, ਜਿੱਥੇ ਇਹ ਪੂਰਾ ਘਟਨਾਕ੍ਰਮ ਵਾਪਰਿਆ, ਜਿੱਥੇ ਏਡਾ ਵੱਡਾ ਦੁਖਾਂਤ ਵਾਪਰਿਆ, ਜਿਸ ਦੇ ਵਿੱਚ 126 ਲੋਕਾਂ ਦੀ ਰੇਲ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਪਿਛਲੇ ਦਿਨੀ ਇਟਲੀ ਦੇ ਸਮੁੰਦਰੀ ਇਲਾਕੇ ਦੇ ਵਿੱਚ ਇੱਕ ਪ੍ਰਵਾਸੀਆਂ ਦੀ ਕਿਸ਼ਤੀ ਸਮੁੰਦਰੀ ਤੂਫਾਨ ਦੇ ਵਿੱਚ ਫਸ ਕੇ ਇੱਕ ਵੱਡੇ ਦੁਰਘਟਨਾ ਦਾ ਸ਼ਿਕਾਰ ਹੋ ਗਈ ਸੀ, ਜਿਸ ਦੇ ਵਿੱਚ ਕਈ ਪ੍ਰਵਾਸੀਆਂ ਦੀ ਮੌਤ ਦੀ ਖਬਰ ਦੱਸੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਉਹ ਪ੍ਰਵਾਸੀਆਂ ਦੀ ਕਿਸ਼ਤੀ ਦੇ ਵਿੱਚ ਜਿਹੜੇ ਲੋਕ ਨੇ ਜਾ ਰਹੇ ਸਨ ਪਾਕਿਸਤਾਨ, ਅਫਗਾਨਿਸਤਾਨ ਅਤੇ ਇਰਾਕ ਤੋਂ ਜਿਹੜੇ ਲੋਕ ਜਾ ਰਹੇ ਸਨ, ਤਾਂ ਡੌਂਕੀ ਲਾ ਕੇ, ਜਿਸ ਨੂੰ ਪੰਜਾਬੀ ਦੇ ਵਿੱਚ ਡੌਂਕੀ ਸ਼ਬਦ ਪੰਜਾਬ ਦੇ ਵਿੱਚ ਜਿਹੜਾ ਪ੍ਰਚਲਿਤ ਹੈ, ਤਾਂ ਡੌਂਕੀ ਲਾ ਕੇ ਗੈਰ ਕਾਨੂੰਨੀ ਢੰਗਾਂ ਦੇ ਨਾਲ ਉਹ ਲੋਕ ਆਪਣੇ ਚੰਗੇ ਰੁਜ਼ਗਾਰ ਦੇ ਲਈ, ਭੁੱਖਮਰੀ ਨੂੰ ਦੂਰ ਕਰਨ ਦੇ ਲਈ ਯੂਰਪ ਪਹੁੰਚ ਰਹੇ ਸਨ, ਪਰ ਰਾਸਤੇ ਦੇ ਵਿੱਚ ਉਹ ਕਿਸ਼ਤੀ ਦੁਰਘਟਨਾ ਦਾ ਸ਼ਿਕਾਰ ਹੋ ਗਈ, ਜਿਸ ਨੂੰ ਤੁਸੀਂ ਭਲੀ ਭਾਂਤ ਇਸ ਖਬਰ ਤੋਂ ਜਾਣੂ ਹੋ। ਤਾਂ ਹੁਣ ਇੱਕ ਰਿਪੋਰਟ ਸਾਹਮਣੇ ਆਈ ਹੈ। ਉਸ ਰਿਪੋਰਟ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਕਿ ਪਿਛਲੇ 10 ਸਾਲਾਂ ਦੇ ਵਿੱਚ ਏਸ਼ੀਆ ਅਤੇ ਅਫਰੀਕਾ ਤੋਂ ਭੁੱਖਮਰੀ ਤੋਂ ਨਿਜਾਤ ਪਾਉਣ ਦੇ ਲਈ ਕਾਰੋਬਾਰ ਜਾਂ ਵਪਾਰ ਜਾਂ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਅਤੇ ਭੁੱਖਮਰੀ ਤੋਂ ਨਿਜਾਤ ਪਾਉਣ ਦੇ ਲਈ ਏਸ਼ੀਆ ਅਤੇ ਅਫਰੀਕਾ ਤੋਂ ਪਿਛਲੇ 10 ਸਾਲਾਂ ਦੇ ਵਿੱਚ 26,000 ਲੋਕ ਨੇ ਜਿਹੜੇ ਉਹ ਸਮੁੰਦਰੀ ਰਾਸਤਿਆਂ ਦੇ ਵਿੱਚ ਮਾਰੇ ਜਾ ਚੁੱਕੇ ਨੇ। ਵੱਡੀ ਗਿਣਤੀ ਦੇ ਵਿੱਚ ਲੋਕ ਇਹਨਾਂ ਰਾਹਾਂ ਨੂੰ ਅਪਣਾਉਂਦੇ ਨੇ, ਡੌਂਕੀ ਲਗਾਉਂਦੇ ਨੇ, ਗੈਰ ਕਾਨੂੰਨੀ ਢੰਗਾਂ ਦੇ ਨਾਲ ਸਮੁੰਦਰੀ ਇਲਾਕਿਆਂ ਰਾਹੀਂ, ਜੰਗਲਾਂ ਰਾਹੀਂ ਜਾਂਦੇ ਨੇ। ਅਤੇ ਹੁਣ ਇਸ ਰਿਪੋਰਟ ਨੇ ਖੁਲਾਸਾ ਕੀਤਾ ਕਿ ਪਿਛਲੇ 10 ਸਾਲਾਂ ਦੇ ਵਿੱਚ ਏਸ਼ੀਆ ਅਤੇ ਅਫਰੀਕਾ ਦੇ 26,000 ਲੋਕ ਸਮੁੰਦਰੀ ਹਾਦਸਿਆਂ ਦੇ ਵਿੱਚ ਮਾਰੇ ਜਾ ਚੁੱਕੇ ਨੇ। ਜਿਹੜੇ ਲੋਕ ਗੈਰ ਕਾਨੂੰਨੀ ਢੰਗਾਂ ਦੇ ਨਾਲ ਯੂਰਪ ਪਹੁੰਚ ਰਹੇ ਸਨ, ਜਿਹੜੇ ਲੋਕ ਅਫਰੀਕਾ ਤੋਂ ਗੈਰ ਕਾਨੂੰਨੀ ਢੰਗਾਂ ਦੇ ਨਾਲ ਕਿਸ਼ਤੀਆਂ ਦੇ ਨਾਲ ਯੂਰਪ ਜਾ ਰਹੇ ਸਨ, ਜਾਂ ਏਸ਼ੀਆ ਤੋਂ ਗੈਰ ਕਾਨੂੰਨੀ ਢੰਗਾਂ ਦੇ ਨਾਲ ਡੌਂਕੀ ਲਗਾ ਕੇ ਯੂਰਪ ਜਾ ਰਹੇ ਸਨ, ਤਾਂ ਉਹਨਾਂ ਲੋਕਾਂ ਦੇ ਵਿੱਚੋਂ ਪਿਛਲੇ 10 ਸਾਲਾਂ ਦੇ ਵਿੱਚ 26,000 ਲੋਕਾਂ ਦੀ ਮੌਤ ਹੋਈ ਹੈ। ਭਾਰਤੀ ਪੰਜਾਬ ਹਜੇ ਤੱਕ ਇੱਕ ਬਹੁਤ ਵੱਡਾ ਕਾਂਡ ਹੈ ਜਾਂ ਦੁਖਾਂਤ ਨਹੀਂ ਭੁੱਲਿਆ ਕਿ 25 ਦਸੰਬਰ 1966 ਨੂੰ ਭੂਮੱਧ ਸਾਗਰ ਦੇ ਵਿੱਚ 52 ਪੰਜਾਬੀਆਂ ਦੀ ਭੂਮੱਧ ਸਾਗਰ ਦੇ ਵਿੱਚ ਕਿਸ਼ਤੀ ਡੁੱਬ ਗਈ ਸੀ, ਜਿਸ ਦੇ ਵਿੱਚ 52 ਦੇ 52 ਪੰਜਾਬੀ ਮਾਰੇ ਗਏ ਸਨ। 3 ਅਕਤੂਬਰ 2013 ਨੂੰ ਅਜਿਹੀ ਇੱਕ ਵੱਡੀ ਦੁਰਘਟਨਾ ਜਿਹੜੀ ਉਹ ਵਾਪਰੀ ਸੀ, ਜਿਸ ਦੇ ਵਿੱਚ 368 ਲੋਕ ਗੈਰ ਕਾਨੂੰਨੀ ਢੰਗਾਂ ਦੇ ਨਾਲ ਭੂਮੱਧ ਸਾਗਰ ਨੂੰ ਪਾਰ ਕਰਕੇ ਯੂਰਪ ਪਹੁੰਚਣਾ ਚਾਹੁੰਦੇ ਸਨ, ਪਰ ਰਸਤੇ ਦੇ ਵਿੱਚ ਹੀ ਸਮੁੰਦਰੀ ਦੁਰਘਟਨਾ ਦੇ ਕਾਰਨ ਉਹਨਾਂ ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੇ ਵਿੱਚੋਂ ਕੇਵਲ ਇੱਕ ਵਿਅਕਤੀ ਸਹੀ ਸਲਾਮਤ ਜਿਹੜਾ ਇਟਲੀ ਪਹੁੰਚ ਸਕਿਆ ਸੀ। ਤਾਂ ਇਸੇ ਤਰ੍ਹਾਂ ਇਸੇ ਸਾਲ ਦੇ ਵਿੱਚ ਲੀਬੀਆ ਤੋਂ ਕਰੀਬ 80 ਲੋਕ ਆਪਣੀ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਜਿਹੜੇ ਸਮੁੰਦਰੀ ਰਸਤਿਆਂ ਰਾਹੀਂ ਇਟਲੀ ਪਹੁੰਚਣਾ ਚਾਹੁੰਦੇ ਸਨ, ਪਰ ਉਹਨਾਂ 80 ਲੋਕਾਂ ਦੀ ਵੀ ਸਮੁੰਦਰੀ ਦੁਰਘਟਨਾ ਦਾ ਸ਼ਿਕਾਰ ਹੋ ਜਾਣ ਕਾਰਨ ਮੌਤ ਹੋ ਗਈ ਸੀ। ਤਾਂ ਅਜਿਹੇ ਆંકੜੇ ਬਹੁਤ ਨੇ। ਇਹ ਆંકੜੇ 26,000 ਨੇ, ਜਿਨ੍ਹਾਂ 26,000 ਲੋਕਾਂ ਦੀ ਮੌਤ ਹੋਈ ਹੈ। ਤਾਂ ਇੱਕ ਵੱਡੀ ਰਿਪੋਰਟ ਨੇ ਖੁਲਾਸਾ ਕੀਤਾ ਕਿ ਪਿਛਲੇ 10 ਸਾਲਾਂ ਦੇ ਵਿੱਚ 2012 ਤੋਂ ਲੈ ਕੇ 2022 ਤੱਕ ਸਮੁੰਦਰੀ ਇਲਾਕਿਆਂ ਦੇ ਵਿੱਚ ਭੂਮੱਧ ਸਾਗਰ ਨੂੰ ਪਾਰ ਕਰਨ ਵੇਲੇ ਗੈਰ ਕਾਨੂੰਨੀ ਢੰਗਾਂ ਦੇ ਨਾਲ ਜਾਣ ਵਾਲੇ ਅਫਰੀਕੀ ਅਤੇ ਏਸ਼ੀਅਨ ਲੋਕਾਂ ਦੇ ਵਿੱਚੋਂ 26,000 ਲੋਕ ਉਸ ਸਮੁੰਦਰਾਂ ਦੇ ਵਿੱਚ ਹੀ ਸਮਾ ਗਏ ਨੇ। ਉਹਨਾਂ ਸਮੁੰਦਰਾਂ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਹੈ। ਤੇ ਇੱਕ ਬੜੇ
हैरान करने वाले आंकड़े सामने आए ने कि पिछले 10 सालों के 26,000 लोगों की मौत समुद्री रस्तियां नूं पार करदे वेले हो चुकी है। लंडन ਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਇੱਕ ਨਵੀਂ ਪ੍ਰੋਫੈਸ਼ਨਲ ਸਕੀਮ ਯੰਗ ਪ੍ਰੋਫੈਸ਼ਨਲ ਸਕੀਮ ਨੂੰ ਲਾਂਚ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਭਾਰਤ ਅਤੇ ਬ੍ਰਿਟੇਨ ਦੇ ਵਿੱਚ ਇੱਕ ਸਮਝੌਤਾ ਹੋਇਆ ਸੀ। ਪਿਛਲੇ ਸਾਲ ਇੱਕ ਸਮਝੌਤਾ ਹੋਇਆ ਸੀ ਭਾਰਤ ਅਤੇ ਬ੍ਰਿਟੇਨ ਦੇ ਵਿੱਚ, ਜਿਸ ਦੇ ਤਹਿਤ ਇਹ ਗੱਲ ਨਿਰਧਾਰਿਤ ਕੀਤੀ ਗਈ ਸੀ ਕਿ ਦੋਵਾਂ ਦੇਸ਼ਾਂ ਦੇ ਲੋਕ 2 ਸਾਲ ਦੇ ਲਈ ਇੱਕ ਦੂਜੇ ਦੇ ਦੇਸ਼ ਦੇ ਵਿੱਚ ਆ ਕੇ ਰਹਿ ਸਕਦੇ ਨੇ ਅਤੇ ਉੱਥੇ ਕੰਮਕਾਰ ਕਰ ਸਕਦੇ ਨੇ। 18 ਸਾਲ ਤੋਂ 30 ਸਾਲ ਦੇ ਲੋਕ ਇੱਕ ਦੂਜੇ ਦੇ ਦੇਸ਼ ਭਾਰਤ ਦੇ ਲੋਕ ਬ੍ਰਿਟੇਨ ਦੇ ਵਿੱਚ ਅਤੇ ਬ੍ਰਿਟੇਨ ਦੇ ਲੋਕ ਭਾਰਤ ਦੇ ਵਿੱਚ ਆ ਕੇ ਰਹਿ ਸਕਦੇ ਨੇ ਅਤੇ ਕੰਮਕਾਰ ਵੀ ਕਰ ਸਕਦੇ ਨੇ। ਤਾਂ ਅਜਿਹਾ ਇੱਕ ਸਮਝੌਤਾ ਹੋਇਆ ਸੀ ਜਿਸ ਨੂੰ ਹੁਣ ਲਾਗੂ ਕੀਤਾ ਗਿਆ। ਤਾਂ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਸ ਗੱਲ ਦੀ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਹੈ ਕਿ ਯੰਗ ਪ੍ਰੋਫੈਸ਼ਨਲ ਸਕੀਮ YPS ਨੂੰ ਜੋ ਕਿ ਲਾਗੂ ਕਰ ਦਿੱਤਾ ਗਿਆ। ਤਾਂ ਇਸ ਸਕੀਮ ਦੇ ਪੈਮਾਨੇ ਕੀ ਹੋਣਗੇ, ਵੀਜ਼ੇ ਨੇ ਜਿਹੜੇ ਉਹ ਕਿਵੇਂ ਮਿਲਣਗੇ, ਕਿਵੇਂ 18 ਤੋਂ 30 ਸਾਲ ਦੇ ਭਾਰਤੀ ਲੋਕ ਬ੍ਰਿਟੇਨ ਜਾ ਸਕਦੇ ਨੇ, ਬ੍ਰਿਟੇਨ ਦੇ ਲੋਕ ਭਾਰਤ ਆ ਸਕਦੇ ਨੇ, ਕਿਵੇਂ ਆ ਕੇ ਰਹਿ ਸਕਦੇ ਨੇ 2 ਸਾਲ ਦੇ ਲਈ ਰਹਿਣ ਦੇ ਲਈ, ਕੀ ਕੁਝ ਜਿਹੜੇ ਨਿਯਮ ਨੇ ਉਹ ਰੱਖੇ ਗਏ ਨੇ। ਤਾਂ ਇਹਨਾਂ तमाम ਗੱਲਾਂ ਬਾਤਾਂ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਦੇ ਨੇ। ਤੁਹਾਨੂੰ ਦੱਸ ਦਈਏ ਕਿ ਯੰਗ ਪ੍ਰੋਫੈਸ਼ਨਲ ਸਕੀਮ ਦੇ ਤਹਿਤ ਜੋ ਪੈਮਾਨੇ ਤੈਅ ਕੀਤੇ ਗਏ ਨੇ ਉਹ ਇਹ ਨੇ ਕਿ 18 ਤੋਂ 30 ਸਾਲ ਦੀ ਉਮਰ ਦੇ ਵਿਅਕਤੀ ਨੇ ਜਿਹੜੇ ਉਹ 2 ਸਾਲ ਦੇ ਲਈ ਭਾਰਤੀ ਜਿਹੜੇ ਲੋਕ ਨੇ ਉਹ ਬ੍ਰਿਟੇਨ ਦੇ ਵਿੱਚ ਤੇ ਬ੍ਰਿਟੇਨ ਦੇ ਲੋਕ ਭਾਰਤ ਦੇ ਵਿੱਚ ਰਹਿ ਸਕਦੇ ਨੇ ਅਤੇ ਕੰਮਕਾਰ ਕਰ ਸਕਦੇ ਨੇ। 2 ਸਾਲ ਦੇ ਲਈ ਇੱਕ ਦੂਜੇ ਦੇ ਦੇਸ਼ਾਂ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ, ਜਿਸ ਦੇ ਵਿੱਚ ਬੈਚਲਰ ਡਿਗਰੀ ਹੋਣੀ ਲਾਜ਼ਮੀ ਹੈ। ਜੇਕਰ ਕੋਈ ਬ੍ਰਿਟੇਨ ਜਾਣਾ ਚਾਹੁੰਦਾ ਜਾਂ ਬ੍ਰਿਟੇਨ ਦਾ ਵਿਅਕਤੀ ਭਾਰਤ ਆ ਕੇ 2 ਸਾਲ ਦੇ ਲਈ ਇਸ ਸਕੀਮ ਦੇ ਤਹਿਤ ਰਹਿਣਾ ਚਾਹੁੰਦਾ ਤਾਂ ਉਸਦੇ ਕੋਲ ਬੈਚਲਰ ਦੀ ਡਿਗਰੀ ਹੋਣੀ ਲਾਜ਼ਮੀ ਰੱਖੀ ਗਈ ਹੈ। ਤੇ ਅਰਜ਼ੀ ਦੇਣ ਦੇ ਵੀ ਕੁਝ ਮਾਪਦੰਡ ਤੈਅ ਕੀਤੇ ਗਏ ਨੇ ਅਰਜ਼ੀ ਦੇਣ ਦੇ ਲਈ, ਜਿਸ ਦੇ ਵਿੱਚ ਬੈਚਲਰ ਦੀ ਡਿਗਰੀ ਨੂੰ ਵੀ ਪੱਕਾ ਰੱਖਿਆ ਗਿਆ ਅਤੇ ਇਸ ਦੀ ਫੀਸ 720 ਪਾਉਂਡ ਰੱਖੀ ਗਈ ਹੈ। ਅਰਜ਼ੀ ਦੇਣ ਦੀ ਜੋ ਫੀਸ ਹੈ ਉਹ 720 ਪਾਉਂਡ ਰੱਖੀ ਗਈ ਹੈ ਅਤੇ ਤੁਹਾਡੇ ਖਾਤੇ ਦੇ ਵਿੱਚ 1 ਮਹੀਨੇ ਤੋਂ ਪਹਿਲਾਂ ਤੋਂ 30 ਦਿਨ ਪਹਿਲਾਂ ਤੋਂ ਇੱਕ ਰਾਸ਼ੀ ਹੈ ਜਿਹੜੀ ਉਹ ਵੀ ਤੈਅ ਕੀਤੀ ਗਈ ਹੈ ਕਿ ਤੁਹਾਡੇ ਖਾਤੇ ਦੇ ਵਿੱਚ ਦੂਸਰੇ ਦੇਸ਼ ਦੇ ਵਿੱਚ ਜਾ ਕੇ ਰਹਿਣ ਯੋਗ ਰਾਸ਼ੀ ਦਾ ਹੋਣਾ ਵੀ ਜ਼ਰੂਰੀ ਹੈ, ਜੋ ਕਿ 2.5 ਲੱਖ ਭਾਰਤੀ ਰੁਪਏ ਨਿਰਧਾਰਿਤ ਕੀਤੀ ਗਈ ਹੈ, ਜੋ ਕਿ 1 ਮਹੀਨੇ ਤੋਂ ਵੱਧ ਸਮੇਂ ਖਾਤੇ ਦੇ ਵਿੱਚ ਪਈ ਹੋਣੀ ਜ਼ਰੂਰੀ ਹੈ। 2.5 ਲੱਖ ਭਾਰਤੀ ਰੁਪਏ ਇਹ ਰਾਸ਼ੀ ਵੀ ਨਿਰਧਾਰਿਤ ਕੀਤੀ ਗਈ ਹੈ। ਅਰਜ਼ੀ E1 VFS ਸਕੀਮ ਦੇ ਤਹਿਤ, ਗਲੋਬਲ ਵੀਜ਼ਾ ਸਕੀਮ ਦੇ ਤਹਿਤ ਇਹ ਅਰਜ਼ੀਆਂ ਦਿੱਤੀਆਂ ਜਾਣਗੀਆਂ। ਪਹਿਲੇ ਗੇੜ ਦੇ ਵਿੱਚ 2400 ਵੀਜ਼ੇ ਨੇ ਜਿਹੜੇ ਉਹ ਦਿੱਤੇ ਜਾਣਗੇ ਦੋਵੇਂ ਦੇਸ਼ਾਂ ਦੇ ਨਾਗਰਿਕਾਂ ਨੂੰ। ਤਾਂ ਇੱਕ ਵੱਡਾ ਮੌਕਾ ਵੀ ਹੈ ਭਾਰਤੀ ਲੋਕਾਂ ਦੇ ਕੋਲ ਬ੍ਰਿਟੇਨ ਦੇ ਵਿੱਚ ਜਾ ਕੇ ਕੰਮਕਾਰ ਕਰਨ ਦਾ, ਆਪਣੇ ਕੰਮਕਾਰ ਨੂੰ ਫੈਲਾਉਣ ਦਾ, ਬ੍ਰਿਟੇਨ ਦੇ ਵਿੱਚ ਜਾ ਕੇ ਰਹਿਣ ਦਾ। ਤਾਂ 2 ਸਾਲ ਦੀ ਸੀਮਾ ਵੀ ਨਿਰਧਾਰਿਤ ਕੀਤੀ ਗਈ ਹੈ। 720 ਪਾਉਂਡ ਅਰਜ਼ੀ ਦੀ ਫੀਸ ਰੱਖੀ ਗਈ ਹੈ। ਇਸ ਦੇ ਨਾਲ ਨਾਲ 1 ਮਹੀਨੇ ਤੋਂ ਵੱਧ ਸਮੇਂ ਤੋਂ ਖਾਤੇ ਦੇ ਵਿੱਚ 2.5 ਲੱਖ ਰੁਪਇਆ ਵੀ ਹੋਣਾ ਲਾਜ਼ਮੀ ਕੀਤਾ ਗਿਆ ਤੇ ਬੈਚਲਰ ਦੀ ਡਿਗਰੀ ਵੀ ਲਾਜ਼ਮੀ ਕੀਤੀ ਗਈ ਹੈ। 18 ਤੋਂ 30 ਸਾਲ ਤੱਕ ਦੇ ਵਿਅਕਤੀ ਇਸ ਸਕੀਮ ਦੇ ਤਹਿਤ ਅਪਲਾਈ ਕਰ ਸਕਦੇ ਨੇ। ਬੀਤੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ 2 ਨੌਜਵਾਨਾਂ ਦੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਦੇ ਵਿੱਚ ਨਵਜੋਤ ਸਿੰਘ ਅਤੇ ਗੁਰਜਿੰਦਰ ਸਿੰਘ ਦੇ ਉੱਤੇ ਹਮਲਾ ਕੀਤਾ ਗਿਆ ਸੀ ਅਤੇ ਇਸ ਹਮਲੇ ਦੇ ਵਿੱਚ ਨਵਜੋਤ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਗੁਰਜਿੰਦਰ ਸਿੰਘ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਹੈ। ਤਾਂ ਇਸ ਹਮਲੇ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਆ ਚੁੱਕਿਆ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਅੱਜ VC ਵਾਈਸ ਚਾਂਸਲਰ ਦੇ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਤੇ ਵਾਈਸ ਚਾਂਸਲਰ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਹੈ ਕਿ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਵੱਡੀਆਂ ਫੀਸਾਂ ਭਰ ਕੇ ਇੱਥੇ ਪੜ੍ਹਨ ਆਉਨੇ ਆ, ਪਰ ਸਾਡੀ ਸੁਰੱਖਿਆ ਦੀ ਕੋਈ ਵੀ ਗਰੰਟੀ ਯੂਨੀਵਰਸਿਟੀ ਦੇ ਵੱਲੋਂ ਚੁੱਕੀ ਨਹੀਂ ਜਾ ਰਹੀ, ਕਿਉਂਕਿ ਯੂਨੀਵਰਸਿਟੀ ਦੇ ਅੰਦਰ ਆ ਕੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ 2 ਨੌਜਵਾਨਾਂ ਦੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਅਤੇ ਇੱਕ ਨੌਜਵਾਨ ਨਵਜੋਤ ਸਿੰਘ ਦੀ ਮੌਤ ਵੀ ਉਸ ਹਮਲੇ ਦੇ ਵਿੱਚ ਹੋ ਚੁੱਕੀ ਹੈ। ਤਾਂ ਹੁਣ ਵਿਦਿਆਰਥੀਆਂ ਨੇ VC ਦਫ਼ਤਰ ਦੇ ਬਾਹਰ ਧਰਨਾ ਦੇ ਕੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਨੇ। ਧਰਨਾ ਦਿੱਤਾ ਹੈ, VC ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਅਜਿਹੇ ਹਾਦਸੇ ਭਵਿੱਖ ਦੇ ਵਿੱਚ ਨਾ ਹੋ ਸਕਣ। ਪਰ ਇਸ ਦੇ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਅਤੇ VC ਦੇ ਉੱਤੇ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ, ਕਿਉਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵਾਪਰੀ ਹੈ। ਅਜਿਹੀਆਂ ਕਈ ਘਟਨਾਵਾਂ ਹੁਣ ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵਾਪਰ ਚੁੱਕੀਆਂ ਨੇ, ਪਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ, ਵਿਦਿਆਰਥੀਆਂ ਦੀ ਸੁਰੱਖਿਆ ਦੇ ਬਾਰੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਕੋਈ ਸਖਤ ਕਦਮ ਨੇ ਜਿਹੜੇ ਚੁੱਕੇ ਜਾਂਦੇ ਨਜ਼ਰ ਨਹੀਂ ਆ ਰਹੇ ਤੇ ਇਹਨਾਂ ਕਾਰਨਾਂ ਕਰਕੇ ਹੁਣ ਵਿਦਿਆਰਥੀਆਂ ਨੇ VC ਦਫ਼ਤਰ ਨੂੰ ਘੇਰਿਆ, ਧਰਨਾ ਲਗਾਇਆ ਅਤੇ VC ਦੇ ਉੱਤੇ, ਯੂਨੀਵਰਸਿਟੀ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਕੀਤੇ ਨੇ। ਭਾਈ
ਕਰਨ ਲੱਗੇ ਹੋਏ ਆ ਕਿ ਕੋਈ ਗੱਲ ਨਹੀਂ, ਘਟਨਾ ਘਟ ਗਈ ਤਾਂ 1 ਮਿੰਟ 'ਚ ਹੋ ਗਿਆ ਕੰਮ। ਸਾਡਾ ਇੱਥੇ ਇਹ ਨਹੀਂ ਕਿ ਅਸੀਂ ਕਿਸੇ ਨਾਲ ਕਿੜ ਕੱਢਣੀ ਹੈ ਕੋਈ। ਸਾਡਾ ਸਵਾਲ ਇਹ ਆ ਕਿ ਜੇ 1 ਮਿੰਟ 'ਚ ਹੋ ਗਿਆ, ਇਹ ਕਲਚਰ ਕਿਹਨੇ ਪੈਦਾ ਕੀਤਾ ਜਿਹੜਾ ਇਹੋ ਜਿਹਾ ਕੁਛ ਇਹ ਹੋ ਕਿਉਂ ਰਿਹਾ? ਸਾਨੂੰ ਇਹ ਸਮਝਣਾ ਚਾਹੀਦਾ ਸਾਰਿਆਂ ਨੂੰ ਕਿ ਘਟਨਾ ਇੱਕ ਨਹੀਂ, ਘਟਨਾ ਹੋਰ ਵੀ ਹੋਣ ਦਾ। ਗੱਲ ਤਾਂ ਮਾਹੌਲ ਦੀ ਹੈ, ਗੱਲ ਉਸ ਪਹੇ ਦੀ ਹੈ ਜਿਹੜਾ ਪਹਾ ਪੈ ਗਿਆ ਕਿ ਵਰਤਾਰਾ ਕਿਉਂ ਵਾਪਰਿਆ। ਤੇ ਫਿਰ ਕੀ ਅਸੀਂ ਹੁਣ ਵਾਰ-ਵਾਰ ਉਹੀ ਗੱਲਾਂ ਕਿ ਅਗਲੀ ਘਟਨਾ ਦਾ ਇੰਤਜ਼ਾਰ ਕਰਾਂਗੇ ਹੁਣ ਅਸੀਂ? ਇਸ ਲਈ ਇਹਨਾਂ ਨੂੰ ਜਵਾਬ, ਸਾਰੇ ਪੰਜਾਬ ਨੂੰ, ਪੂਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜਵਾਬ ਦੇਣਾ ਪੈਣਾ। ਉਹ ਅਥਾਰਟੀ ਨੂੰ ਜਵਾਬ ਦੇਣਾ ਪਊਗਾ। ਇਹ ਛੁਟਕਾਰਾ ਨਹੀਂ ਹੋਣ ਲੱਗਿਆ ਕਿ ਤੁਸੀਂ ਇਹ ਕਹਿ ਦਿਓ ਕਿ ਸਾਡੇ ਕੋਲੇ ਇੰਨੇ ਕੈਮਰੇ ਆ, ਇੰਨੇ ਸਿਕਿਉਰਿਟੀ ਗਾਰਡ ਆ, ਸਾਡੇ ਕੋਲੇ ਆਹ। ਪਰ ਜਦੋਂ ਕੋਈ ਰੌਲਾ ਹੁੰਦਾ, ਤੁਹਾਡੀ ਸਿਕਿਉਰਿਟੀ ਦੀ, ਤੁਸੀਂ ਸਿਕਿਉਰਿਟੀ ਵੀ ਨਹੀਂ ਕਰ ਸਕਦੇ। ਇਹਨਾਂ ਦੇ ਸਿਕਿਉਰਿਟੀ ਗਾਰਡ ਨੂੰ ਮੇਨ ਗੇਟ ਤੇ ਜਨਤਾ ਇਹਨਾਂ ਦੇ ਸੱਟਾਂ ਮਾਰ ਕੇ ਗਈ ਹੈ, ਇਹ ਉਹਨਾਂ ਦਾ ਕੁਝ ਨਹੀਂ ਕਰ ਪਾਏ ਸੀ। ਗੱਡੀ ਮਾਰੀ ਉਹਨਾਂ ਨੇ ਭਜਾ ਕੇ ਇਹਨਾਂ ਦੇ ਵਿੱਚ, ਤੇ ਮਹੀਨਾ ਤਾਂ ਡੀਨ ਦਫ਼ਤਰ ਨੂੰ ਨਹੀਂ ਪਤਾ ਲੱਗਿਆ ਵੀ ਇਹ ਵੀ ਕੁਝ ਹੋਇਆ। ਇਹ ਗੱਲਾਂ ਜਿਹੜੀਆਂ ਇੱਥੇ ਲੈਪਸ ਹੋਇਆ ਪਿਆ, ਯੂਕੋ ਦੇ ਵਿਦਿਆਰਥੀ ਤਾਂ 80-80 ਹਜ਼ਾਰ ਰੁਪਇਆ ਫੀਸ ਪੇ ਕਰਦੇ ਆ। ਅੱਜ ਜਿਹੜਾ ਧਰਨਾ ਲਾ ਰਹੇ ਕੀ ਕਾਰਨ ਆ ਜਿਹੜਾ ਧਰਨਾ ਲਾਉਣ ਦਾ? ਅੱਜ ਧਰਨਾ ਲਾਉਣ ਦਾ ਕਾਰਨ ਹੈ ਜੀ, ਬੀਤੀ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦਾ ਇੰਜੀਨੀਅਰਿੰਗ ਵਿਭਾਗ ਆ, ਜਿੱਥੇ ਕੁਝ ਵਿਦਿਆਰਥੀਆਂ ਵੱਲੋਂ ਆਪਸ ਦੇ ਵਿੱਚ ਝਗੜਾ ਹੋਇਆ, ਜਿਹਦੇ ਵਿੱਚ ਇੱਕ ਵਿਦਿਆਰਥੀ ਜਿਹੜਾ ਨਵਜੋਤ ਨਾਂ ਦਾ, ਉਹਦੀ ਡੈਥ ਹੋ ਗਈ। ਇਸ ਮਸਲੇ ਦੇ ਉੱਤੇ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਜਿਹੜਾ ਵਾਈਸ ਚਾਂਸਲਰ ਦਾ ਦਫ਼ਤਰ ਆਗਾ, ਉਹਦੇ ਬਾਹਰ ਇਕੱਠੇ ਹੋ ਕੇ ਵਿਦਿਆਰਥੀਆਂ ਦੇ ਵੱਲੋਂ, ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਇੱਕ ਪ੍ਰਦਰਸ਼ਨ ਕਰ ਰਹੇ ਹਾਂ। ਇਹ ਪ੍ਰਦਰਸ਼ਨ ਇਹ ਆ ਕਿ ਯੂਨੀਵਰਸਿਟੀ ਦੇ ਵਿੱਚ ਨਿੱਤ ਦਿਨ ਜਿਹੜਾ ਹੈਗਾ ਉਹ ਘਟਨਾਵਾਂ ਵਾਪਰ ਰਹੀਆਂ ਨੇ। ਨਿੱਤ ਦਿਨ ਜਿਹੜੇ ਆ ਆਊਟਸਾਈਡਰ ਆ ਕੇ ਜਿਹੜੇ ਆ ਰਾਤਾਂ ਨੂੰ ਦਾਰੂ ਪੀ ਕੇ ਜਿਹੜੇ ਆ ਉਹ ਇੱਥੇ ਵਿਦਿਆਰਥੀਆਂ ਨਾਲ ਬਦਤਮੀਜ਼ੀ ਹੁੰਦੀ ਹੈਗੀ ਇੱਥੇ, ਔਰ ਇੱਥੇ ਲਗਾਤਾਰ ਕੁਛ ਅਜਿਹੀਆਂ ਲੜਾਈਆਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਦਾ ਤੇ ਯੂਨੀਵਰਸਿਟੀ ਦਾ ਜਿਹੜਾ ਸੁਰੱਖਿਆ ਅਮਲਾ ਗਾ ਉਹਦਾ ਕੋਈ ਕੰਟਰੋਲ ਨਹੀਂ ਹੈਗਾ। ਅਸੀਂ ਸਮਝਦੇ ਹਾਂ ਕਿ ਅਸੀਂ ਵਾਰ-ਵਾਰ ਪਹਿਲਾਂ ਵੀ ਵਿਦਿਆਰਥੀ ਜਥੇਬੰਦੀਆਂ ਵੱਲੋਂ ਲਗਾਤਾਰ ਵਾਈਸ ਚਾਂਸਲਰ ਦੇ ਔਰ ਇੱਥੋਂ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਧਿਆਨ 'ਚ ਲਿਆਉਂਦੇ ਰਹੇ ਹਾਂ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਕਰੋ, ਇਹ ਚੀਜ਼ ਨੂੰ ਹੱਲ ਕੀਤਾ ਜਾਵੇ। ਪਰ ਯੂਨੀਵਰਸਿਟੀ ਦਾ ਪ੍ਰਸ਼ਾਸਨ ਜਿਹੜਾ ਉਹ ਸਾਰੀਆਂ ਚੀਜ਼ਾਂ ਨੂੰ ਹੱਲ ਕਰਨ 'ਚ ਨਾਕਾਮ ਆ। ਇਹ ਯੂਨੀਵਰਸਿਟੀ ਦੀ ਸਿਕਿਉਰਿਟੀ ਦਾ ਬਹੁਤ ਵੱਡਾ ਲੈਪਸ ਆ, ਯੂਨੀਵਰਸਿਟੀ ਦੀ ਸਿਕਿਉਰਿਟੀ ਵਿੱਚ ਬਹੁਤ ਵੱਡਾ ਲੂਪ ਹੋਲ ਆਗਾ ਜਿਹੜਾ ਅੱਜ ਸਾਹਮਣੇ ਆਇਆ ਕਿ ਜਿਹੜਾ ਅੱਜ ਵਿਦਿਆਰਥੀ ਜਿਹੜਾ ਗਾ ਇੱਕ ਉਹਦੀ ਬਲੀ ਲੈ ਲਈ ਜਿਸ ਚੀਜ਼ ਨੂੰ। ਅਸੀਂ ਸਮਝਦੇ ਹਾਂ ਕਿ ਜਿਹੜੇ ਅਸੀਂ ਇੱਥੇ ਜਿਹੜਾ ਧਰਨਾ ਲਾਇਆ ਹੋਇਆ ਗਾ ਵੀ ਵਾਈਸ ਚਾਂਸਲਰ ਇੱਥੇ ਆ ਕੇ ਜਿਹੜਾ ਗਾ ਉਹ ਸਾਡੀਆਂ ਗੱਲਾਂ ਦਾ ਜਵਾਬ ਦੇਵੇ ਕਿ ਇਹ ਜਦੋਂ ਵਿਦਿਆਰਥੀ, ਮਾਸੂਮ ਵਿਦਿਆਰਥੀ ਦਾ ਕਤਲ ਹੋਇਆ ਗਾ, ਇਹਦੀ ਜ਼ਿੰਮੇਵਾਰੀ ਕਿਹਦੀ ਵਾ। ਅਸੀਂ ਸਮਝਦੇ ਹਾਂ ਇਹਦੀ ਜ਼ਿੰਮੇਵਾਰੀ ਜਿਹੜੀ ਆ ਇੱਥੋਂ ਦੇ ਪ੍ਰਸ਼ਾਸਨ ਦੀ ਹੈਗੀ। ਸੁਰੱਖਿਆ ਅਮਲਾ ਜਿਹੜਾ ਗਾ ਇੱਥੇ ਜਿਹੜਾ ਬੀਟੈਕ ਕਰ ਰਿਹਾ ਉਹ ਵਿਦਿਆਰਥੀ ਆ ਜਿਹੜਾ ਲੱਖਾਂ ਰੁਪਏ ਜਿਹੜੀ ਉਹ ਫੀਸ ਦਿੰਦੇ ਨੇਗੇ। ਇੱਥੇ ਦੇ ਵਿਦਿਆਰਥੀ ਜਿਹੜੇ ਹੈਗੇ ਉਹ ਇੱਕ ਸਰਕਾਰੀ ਯੂਨੀਵਰਸਿਟੀ ਆ ਜਿੱਥੋਂ ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈਗੀ, ਤੇ ਇਹ ਸਾਰੇ ਕਾਸੇ ਦੇ ਵਿੱਚ ਸਰਕਾਰ, ਯੂਨੀਵਰਸਿਟੀ ਦਾ ਪ੍ਰਸ਼ਾਸਨ, ਸੁਰੱਖਿਆ ਅਮਲਾ ਜਿਹੜਾ ਉਹ ਫੇਲ ਹੋਏ ਨੇਗੇ। ਅਸੀਂ ਸਮਝਦੇ ਹਾਂ ਕਿ ਅਜਿਹੀ ਘਟਨਾ ਅੱਗੇ ਤੋਂ ਨਾ ਵਾਪਰੇ, ਇਸ ਵਾਸਤੇ ਜਿਹੜੀ ਪੰਜਾਬੀ ਯੂਨੀਵਰਸਿਟੀ ਦਾ ਪ੍ਰਸ਼ਾਸਨ ਜਿਹੜਾ ਗਾ ਕੀ ਕਰ ਰਿਹਾ ਗਾ। ਅਸੀਂ ਵਿਦਿਆਰਥੀਆਂ ਵੱਲੋਂ ਇਕੱਠੇ ਹੋ ਕੇ ਅੱਜ ਇੱਥੇ ਬਹੁਤ ਦੁੱਖ ਦੀ ਗੱਲ ਆ ਕਿ ਇਹ ਇੱਕ ਮਾਸੂਮ ਬੱਚਾ ਦੁਨੀਆ ਤੋਂ ਚਲਾ ਗਿਆ ਤੇ ਉਹ ਇੱਕ ਭੇਂਟ ਚੜ੍ਹ ਗਿਆ ਇੱਥੋਂ ਦੇ ਪ੍ਰਸ਼ਾਸਨ ਦੀ ਨਲਾਇਕੀ ਦੀ ਕਿ ਇਹ ਜਿਹੀਆਂ ਘਟਨਾਵਾਂ ਅੱਗੇ ਤੋਂ ਨਾ ਵਾਪਰਨ। ਇਹਦੇ ਵਾਸਤੇ ਯੂਨੀਵਰਸਿਟੀ ਦਾ ਪ੍ਰਸ਼ਾਸਨ ਕੀ ਕਰ ਰਿਹਾ ਹੈਗਾ, ਅਸੀਂ ਇਹ ਜਵਾਬ ਲੈਣਾ ਆ। ਜੇ ਸਾਡੀਆਂ ਗੱਲਾਂ ਦਾ ਠੋਸ ਜਵਾਬ ਨਹੀਂ ਦਿੱਤਾ ਜਾਊਗਾ, ਅਸੀਂ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਖਿਲਾਫ ਆਪਣੇ ਇਸ ਰੋਸ ਪ੍ਰਦਰਸ਼ਨ ਨੂੰ ਬਹੁਤ ਤਿੱਖੇ ਸੰਘਰਸ਼ 'ਚ ਤਬਦੀਲ ਕਰਾਂਗੇ ਔਰ ਇਹਦੇ ਨਤੀਜੇ ਜਿਹੜੇ ਹੈਗੇ ਉਹ ਪ੍ਰਸ਼ਾਸਨ ਭੁਗਤਣ ਦੇ ਲਈ ਤਿਆਰ ਹੈ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਨੇਹਾ ਜੀ। ਨੇਹਾ, ਕਿਹੜੇ ਡਿਪਾਰਟਮੈਂਟ 'ਚ ਸਟੱਡੀ ਕਰਦੇ ਹੋ? ਮੈਂ ਇਕਨੋਮਿਕਸ ਡਿਪਾਰਟਮੈਂਟ PhD ਕਰਦੀ ਹਾਂ। ਜਿਹੜੀ ਇਹ ਕੱਲ ਮਰਡਰ ਹੋਇਆ ਉਸ ਤੋਂ ਬਾਅਦ ਕੀ ਮਾਹੌਲ ਹੈ ਯੂਨੀਵਰਸਿਟੀ ਦਾ ਤੇ ਵਿਦਿਆਰਥੀਆਂ ਵੱਲੋਂ ਕਿਉਂ ਧਰਨਾ ਜਿਹੜਾ ਲਾਇਆ ਗਿਆ ਹੈ? ਵਿਦਿਆਰਥੀਆਂ ਵੱਲੋਂ ਧਰਨਾ ਇਸ ਲਈ ਲਾਇਆ ਗਿਆ ਜੀ ਕਿਉਂਕਿ ਅੱਜ ਤੱਕ ਹਾਲੇ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਦੀ ਕੋਈ ਕਾਰਵਾਈ ਨਹੀਂ ਹੋਈ ਹੈ, ਇਹਦੇ 'ਤੇ ਕੋਈ ਜਵਾਬਦੇਹੀ ਨਹੀਂ ਹੋਈ ਹੈ। ਵਿਦਿਆਰਥੀਆਂ 'ਚ ਇੱਕ ਰੋਸ ਹੈ ਕਿਉਂਕਿ ਉਹਨਾਂ ਦੇ ਹਾਣ ਦਾ ਇੱਕ ਨਾਲ ਪੜ੍ਹਦਾ ਬੱਚਾ ਹੈ ਜਿਹੜਾ ਵਿਦਿਆਰਥੀ ਹੈ ਉਹਦੀ ਮੌਤ ਹੋ ਚੁੱਕੀ ਹੈ। ਕੁਝ ਲੜਾਈ ਝਗੜਾ ਹੋ ਸਕਦਾ ਹੈ, ਕਾਰਨ ਹਾਲੇ ਪਤਾ ਨਹੀਂ ਲੱਗੇ ਹੈਗੇ ਕਿ ਕੀ ਕਾਰਨ ਸੀਗਾ ਲੜਾਈ ਦਾ, ਪਰ ਇੱਕ ਦਿਨ ਦਿਹਾੜੇ ਚਿੱਟੇ ਦਿਨ 'ਚ ਇੱਕ ਕਤਲ ਹੋ ਜਾਣਾ ਵਿਦਿਆਰਥੀ ਦਾ, ਜਿਹੜਾ ਕਿ ਲੋਕ ਦਾ ਆਪਦਾ ਘਰਦਿਆਂ ਦਾ ਜਵਾਕ ਸੀਗਾ ਜਿਹਦੇ ਘਰ ਦੇ ਹੁਣ ਜਵਾਬ ਮੰਗਣਗੇ ਯੂਨੀਵਰਸਿਟੀ ਤੋਂ, ਪਰ ਯੂਨੀਵਰਸਿਟੀ ਅੱਜ ਤੱਕ ਹਾਲੇ ਉਹਦੇ ਘਰ ਤੱਕ ਵੀ ਨਹੀਂ ਪਹੁੰਚੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ, ਕਿਸੇ ਨੂੰ ਕੋਈ ਸਹਾਰਾ ਦੇਣ ਦੀ ਗੱਲ ਨਹੀਂ ਕੀਤੀ। ਇੱਕ ਯੂਨੀਵਰਸਿਟੀ ਦੇ VC ਨੇ ਇੱਕ ਲਿਖ ਕੇ ਪਾਤਾ ਕਿ ਸਾਨੂੰ ਦੁੱਖ ਹੈ ਇਸ ਗੱਲ ਦਾ, ਪਰ ਇਹ ਗੱਲ ਦੁੱਖ ਤੱਕ ਨਹੀਂ ਸੀਮਿਤ ਰਹਿ ਜਾਂਦੀ। ਇਹ ਯੂਨੀਵਰਸਿਟੀ ਦਾ ਲੈਪਸ ਹੈ ਕਿ ਸਿਕਿਉਰਿਟੀ ਹੋਣ ਦੇ ਬਾਵਜੂਦ ਇੱਕ ਕਤਲ ਹੋ ਜਾਂਦਾ ਆ। ਕੋਈ ਤੇਜ਼ਧਾਰ ਹਥਿਆਰ ਲੈ ਕੇ ਬਾਹਰੋਂ ਆ ਕੇ ਕੋਈ ਵਿਦਿਆਰਥੀ ਨੂੰ ਮਾਰ
ਜੇ। ਇਹ ਤਾਂ ਯੂਨੀਵਰਸਿਟੀ ਦੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈਗੀ। ਲੜਕੀਆਂ ਫਿਰ ਕਿੰਨੀਆਂ ਕੁ ਸੁਰੱਖਿਅਤ ਨੇ? ਜੇ ਲੜਕੀਆਂ ਦੇ ਉੱਤੇ ਇਹ ਕੰਮ ਹੁੰਦੇ ਨੇ, ਗੁੰਡਾਗਰਦੀ ਆ ਹੋ ਰਹੀ ਹੈ, ਤੇ ਲੜਕੀਆਂ ਕਿੱਦਾਂ ਦੇਖਦੀਆਂ ਨੇ ਇਸ ਮਸਲੇ ਨੂੰ? ਗੱਲ ਲੜਕੀ ਦੀ ਨਹੀਂ ਮੈਂ ਮੰਨਦੀ ਗੀ। ਮੈਨੂੰ ਜਿੱਥੇ ਤੱਕ ਲੱਗਦਾ ਗਾ ਵਿਦਿਆਰਥੀ ਹੁੰਦਾ ਗਾ, ਯੂਨੀਵਰਸਿਟੀ 'ਚ ਪੜ੍ਹਨ ਆਇਆ, ਅਸੀਂ ਵੀ ਪੜ੍ਹਨ ਆਈਆਂ ਗਈਆਂ, ਉਹ ਵੀ ਪੜ੍ਹਨ ਆਇਆ ਸੀਗਾ। ਗੱਲ ਇਹ ਹੈ ਕਿ ਯੂਨੀਵਰਸਿਟੀ ਦਾ ਪ੍ਰਸ਼ਾਸਨ ਕਿੰਨਾ ਕੁ ਜ਼ਿੰਮੇਵਾਰ ਹੈ, ਕਿੰਨਾ ਕੁ ਇਸ ਚੀਜ਼ 'ਤੇ ਕੰਮ ਕਰ ਰਿਹਾ ਹੈਗਾ। ਯੂਨੀਵਰਸਿਟੀ ਦੀ ਜਿਹੜੀ ਸਿਕਿਉਰਿਟੀ ਹੈ ਉਹ ਆਪ ਹੀ ਸੁਰੱਖਿਅਤ ਨਹੀਂ, ਉਹ ਸਾਡੀ ਸੁਰੱਖਿਆ ਲਈ ਕੀ ਕੰਮ ਕਰੂਗੀ? ਕਿਉਂ ਜਿਹੜੇ ਯੂਨੀਵਰਸਿਟੀ ਦੀ ਜਿਹੜੀ ਅਥਾਰਟੀ ਹੈ ਉਹਨਾਂ ਨੂੰ ਯੂਨੀਵਰਸਿਟੀ ਦੀ ਸਿਕਿਉਰਿਟੀ ਨੂੰ ਇੰਨੇ ਕੁ ਹੱਕ ਦੇਣੇ ਚਾਹੀਦੇ ਕਿ ਉਹ ਕਰ ਸਕਣ ਕੁਛ ਇਹਦੇ 'ਤੇ। ਜਿਵੇਂ ਕਿ ਆਪਾਂ ਦੇਖੀਏ ਕਿ ਪਿਛਲੇ ਕੁਛ ਮਹੀਨਿਆਂ ਦੀ ਘਟਨਾ ਆ ਕਿ ਯੂਨੀਵਰਸਿਟੀ ਦੇ ਅੰਦਰ ਗੱਡੀ ਦਾਖਲ ਹੁੰਦੀ ਆ, ਜਿਹੜੀ ਸਿਕਿਉਰਿਟੀ ਵਾਲਿਆਂ ਨੂੰ ਲੰਘ ਕੇ ਮਤਲਬ ਉਹਨਾਂ ਦੇ ਬੈਰੀਕੇਡ ਤੋੜ ਕੇ ਆਉਂਦੀ ਹੈਗੀ, ਤੇ ਤੋੜ ਕੇ ਵਾਪਸ ਵੀ ਉਸੇ ਤਰੀਕੇ ਨਾਲ ਜਾਂਦੀ ਹੈ ਬੈਰੀਕੇਡ ਤੋੜ ਕੇ। ਮਤਲਬ ਸਿਕਿਉਰਿਟੀ ਵਾਲੇ ਆਪ ਹੀ ਸੁਰੱਖਿਅਤ ਨਹੀਂ, ਉਹ ਸਾਡੀ ਸੁਰੱਖਿਆ ਕਿਵੇਂ ਉਹ ਕਰਨਗੇ? ਯੂਨੀਵਰਸਿਟੀ ਦੀ ਸਿਕਿਉਰਿਟੀ ਕੋਲ ਇੱਕ ਡੰਡਾ ਤੱਕ ਨਹੀਂ ਹੁੰਦਾ। 8 ਦਾ ਜਾਂ 12,000 ਦੀ ਤਨਖਾਹ ਵਾਲੇ ਸਿਕਿਉਰਿਟੀ ਗਾਰਡ ਜਿਹੜੇ ਐਂ ਕਹਿ ਦਿੰਦੇ, ਜਿਨ੍ਹਾਂ ਨੂੰ ਜੇ ਅਸੀਂ ਕਹੀਏ ਵੀ ਤੁਸੀਂ ਕਰਦੇ ਕਿਉਂ ਨਹੀਂ ਕੁਛ, ਉਹ ਕਹਿੰਦੇ ਅਸੀਂ 8-10,000 ਲਈ ਆਪਣੀ ਜਾਨ ਜੋਖਮ 'ਚ ਨਹੀਂ ਪਾ ਸਕਦੇ। ਇਹ ਸਾਡੀ ਯੂਨੀਵਰਸਿਟੀ ਕਰ ਰਹੀ ਹੈਗੀ। CCTV ਕੈਮਰਿਆਂ ਦੀ ਗੱਲ ਕਰ ਲਈ, CCTV ਕੈਮਰੇ ਨੇ ਬਲਰ ਹੋ ਚੁੱਕੇ ਨੇ, ਧੁੰਦਲੇ ਹੋ ਚੁੱਕੇ, ਉਹਨਾਂ ਦੀ CCTV ਫੁਟੇਜ ਨਹੀਂ ਸਾਫ਼ ਆਉਂਦੀ ਗੀ। ਕਹਿ ਦਿੰਦੇ ਆ ਜੀ ਨਵੇਂ ਕੈਮਰੇ ਲਵਾਓ, ਤੇ ਐਂ ਕਹਿ ਦਿੰਦੇ ਹੈਗੀ ਕਿ ਸਾਡੇ ਕੋਲ ਵਿੱਤੀ ਘੱਟ ਆ। ਹਰ ਚੀਜ਼ ਸੰਕਟ 'ਤੇ ਪਾ ਦਿੱਤੀ ਜਾਂਦੀ ਹੈਗੀ। ਸਰਕਾਰੀ ਅਦਾਰਾ ਹੈਗਾ, ਸਰਕਾਰ ਵੀ ਉਨੀ ਬਰਾਬਰ ਜ਼ਿੰਮੇਵਾਰ ਹੈ ਜਿੰਨੀ ਸਾਡੀ ਯੂਨੀਵਰਸਿਟੀ ਅਥਾਰਟੀ ਇਹਦੇ ਲਈ ਜ਼ਿੰਮੇਵਾਰ ਹੈ। ਅਜਨਾਲਾ ਥਾਣਾ ਘਟਨਾਕ੍ਰਮ ਤੋਂ ਬਾਅਦ ਪੰਜਾਬ ਪੁਲਿਸ ਹੁਣ ਸਿੱਖ ਸ਼ਸਤਰ ਵਿੱਦਿਆ ਗੱਤਕੇ ਦੀ ਸਿਖਲਾਈ ਲੈਂਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਪੁਲਿਸ ਗੱਤਕਾ ਸਿੱਖ ਰਹੀ ਹੈ। ਨਿਹੰਗ ਸਿੰਘਾਂ ਦੇ ਕੋਲੋਂ ਨਿਹੰਗ ਸਿੰਘਾਂ ਦੇ ਵਾਰ ਸਿੱਖੇ ਜਾ ਰਹੇ ਨੇ ਅਤੇ ਉਸ ਵਾਰਾਂ ਨੂੰ ਰੋਕਣ ਦੇ ਲਈ, ਚੜ੍ਹਾਈ ਨੂੰ ਰੋਕਣ ਦੇ ਲਈ, ਵਾਰਾਂ ਨੂੰ ਡੱਕਣ ਦੇ ਲਈ ਤਮਾਮ ਸਿਖਲਾਈ ਹੈ ਜਿਹੜੀ ਪੰਜਾਬ ਪੁਲਿਸ ਦੇ ਵੱਲੋਂ ਲਈ ਜਾ ਰਹੀ ਹੈ ਕਿ ਜੇਕਰ ਕੋਈ ਸਾਹਮਣੇ ਵਾਰ ਕਰਦਾ ਤਾਂ ਕਿਵੇਂ ਢਾਲ ਦੇ ਨਾਲ ਉਹਨਾਂ ਵਾਰਾਂ ਨੂੰ ਰੋਕਣਾ ਹੈ, ਜਾਂ ਪੰਜਾਬ ਪੁਲਿਸ ਦੇ ਕੋਲ ਜੋ ਡਿਫੈਂਸ ਵਾਲੀ ਸ਼ੀਲਡ ਹੁੰਦੀ ਹੈ ਉਸ ਦੇ ਨਾਲ ਕਿਵੇਂ ਵਾਰਾਂ ਨੂੰ ਰੋਕਿਆ ਜਾਣਾ। ਅਜਨਾਲਾ ਘਟਨਾਕ੍ਰਮ ਤੋਂ ਬਾਅਦ ਪੰਜਾਬ ਪੁਲਿਸ ਦਾ ਇੱਕ ਨਵਾਂ ਰੁਖ ਸਾਹਮਣੇ ਆਇਆ ਹੈ ਕਿ ਪੰਜਾਬ ਪੁਲਿਸ ਹੁਣ ਗੱਤਕਾ ਸਿੱਖ ਰਹੀ ਹੈ, ਗੱਤਕੇ ਦੇ ਵਾਰ ਸਿੱਖ ਰਹੀ ਹੈ, ਗੱਤਕੇ ਦੇ ਵਾਰਾਂ ਨੂੰ ਰੋਕਣ ਦੀਆਂ ਜਿਹੜੇ ਟੈਕਨੀਕਾਂ ਨੇ ਉਹ ਸਿੱਖ ਰਹੀ ਹੈ ਕਿ ਨਿਹੰਗ ਸਿੰਘ ਕਿਵੇਂ ਵਾਰ ਕਰਦੇ ਨੇ ਅਤੇ ਉਹਨਾਂ ਵਾਰਾਂ ਨੂੰ ਕਿਵੇਂ ਰੋਕਿਆ ਜਾਂਦਾ। ਇਸ ਤਮਾਮ ਤਰ੍ਹਾਂ ਦੀ ਸਿਖਲਾਈ ਖੁਦ ਨਿਹੰਗ ਸਿੰਘਾਂ ਦੇ ਕੋਲੋਂ ਪੰਜਾਬ ਪੁਲਿਸ ਲੈਂਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤੁਹਾਨੂੰ ਇਸ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਦਈਏ ਕਿ ਜਲੰਧਰ ਦਿਹਾਤੀ ਦੇ SP ਸਰਬਜੀਤ ਸਿੰਘ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਨੇ ਇਸ ਗੱਲ ਦਾ ਫਰਮਾਨ ਜਾਰੀ ਕੀਤਾ ਹੈ। ਉਹਨਾਂ ਦੇ ਐਲਾਨ ਤੋਂ ਬਾਅਦ ਉਹਨਾਂ ਨੇ ਨੋਟਿਸ ਦਿੱਤਾ ਹੈ ਕਿ ਗੱਤਕੇ ਦੀ ਸਿਖਲਾਈ ਲਈ ਜਾਵੇ। ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਨੇ ਆਦੇਸ਼ ਦਿੱਤੇ ਨੇ ਕਿ ਪੰਜਾਬ ਪੁਲਿਸ ਜਿਹੜੀ ਗੱਤਕੇ ਦੀ ਸਿਖਲਾਈ ਲਵੇ, ਨਿਹੰਗ ਸਿੰਘਾਂ ਦੇ ਵਾਰਾਂ ਨੂੰ ਸਿੱਖੇ, ਨਿਹੰਗ ਸਿੰਘਾਂ ਦੇ ਵਾਰਾਂ ਨੂੰ ਕਿਵੇਂ ਰੋਕਣਾ ਇਸ ਗੱਲ ਦੀ ਵੀ ਸਿਖਲਾਈ ਲਈ ਜਾਵੇ। ਇਸ ਗੱਲ ਦਾ ਖੁਲਾਸਾ ਵੀ ਕੀਤਾ ਜਲੰਧਰ ਦਿਹਾਤੀ ਦੇ SP ਸਰਬਜੀਤ ਸਿੰਘ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ DGP ਦੇ ਆਦੇਸ਼ਾਂ ਤੋਂ ਬਾਅਦ ਹੀ ਅਜਿਹਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਇੱਕ ਨਵਾਂ ਵਿਵਾਦ ਵੀ ਜਨਮ ਲੈ ਰਿਹਾ ਹੈ ਕਿ ਨਿਹੰਗ ਸਿੰਘ ਆਪਣੇ ਸਿੱਖ ਧਰਮ ਤੋਂ ਇਲਾਵਾ ਜਾਂ ਜਿਹੜਾ ਵਿਅਕਤੀ ਸਿੱਖੀ ਮਰਿਆਦਾਵਾਂ ਦੇ ਵਿੱਚ ਨਿਪੁੰਨ ਨਹੀਂ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਤਕੇ ਦੀ ਸਿਖਲਾਈ ਦੇਣੀ ਜਾਇਜ਼ ਹੈ ਜਾਂ ਨਹੀਂ। ਕਈ ਤਰ੍ਹਾਂ ਦੇ ਸਵਾਲ ਵੀ ਇਸ ਮਾਮਲੇ ਤੋਂ ਬਾਅਦ ਖੜੇ ਹੋ ਚੁੱਕੇ ਨੇ। ਇੱਕ ਵਿਵਾਦ ਪੰਜਾਬ ਦੇ ਵਿੱਚ ਮੁੜ ਤੋਂ ਜਨਮ ਲੈ ਰਿਹਾ। ਪਰ ਤੁਹਾਨੂੰ ਇੱਕ ਵਾਰ ਫਿਰ ਤੋਂ ਇੱਕ ਵੱਡੀ ਅਪਡੇਟ ਦੇ ਦਈਏ ਕਿ ਅਜਨਾਲਾ ਘਟਨਾਕ੍ਰਮ ਤੋਂ ਬਾਅਦ ਪੰਜਾਬ ਪੁਲਿਸ ਗੱਤਕਾ ਸਿੱਖਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਜਲੰਧਰ ਦਿਹਾਤੀ ਦੇ SP ਸਰਬਜੀਤ ਸਿੰਘ ਦਾ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। सर पूरे पंजाब भर में पुलिस द्वारा जो निहंग सिंह है उसे गतका सीखा जा रहा है कि उससे कोई ट्रेनिंग ली जा रही है? नहीं, बेसिकली गतका नहीं, ਇਹਨੂੰ ਆਪਾਂ ਕਹਿ ਲਈਏ ਸਕਿੱਲ ਆ ਜਿਹੜੀਆਂ ਸਾਡੀਆਂ, ਜਿਹੜੇ ਨਵੇਂ ਮੁੰਡੇ ਸਾਡੇ ਭਰਤੀ ਹੋਏ ਆ ਔਰ ਕੁਝ ਪੁਰਾਣੇ ਵੀ ਹੈਗੇ ਆ, ਔਰ ਉਹਦੇ 'ਚ ਜਿਸ ਤਰ੍ਹਾਂ ਮੌਬ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਟੈਕਟਿਕਸ ਹੁੰਦੇ ਆ, ਔਰ ਕੁਛ ਜਿੱਦਾਂ ਤੁਸੀਂ ਜ਼ਿਕਰ ਕੀਤਾ ਨਿਹੰਗ ਸਿੰਘਾਂ ਦਾ, ਔਰ ਉਹ ਬੜੇ ਐਕਸਪਰਟ ਹੁੰਦੇ ਆ ਆਪਣੇ ਗੱਤਕੇ ਦੇ ਵਿੱਚ ਵੀ, ਔਰ ਵੱਖ-ਵੱਖ ਸਕਿੱਲ ਨੂੰ ਉਹਨੂੰ ਕਿਵੇਂ ਕੰਟਰੋਲ ਕਰਨਾ। ਜੇ ਕੋਈ ਗੱਤਕਾ ਖੇਡਦਾ ਹੋਇਆ ਸਾਡੇ 'ਤੇ ਅਟੈਕ ਕਰਦਾ ਹੈ, ਉਹਨੂੰ ਕਿਵੇਂ ਰੋਕਣਾ, ਔਰ ਕੇਨ ਸ਼ੀਲਡ ਕਿਵੇਂ ਫੜਨੀ ਆ, ਲਾਠੀ ਕਿੱਦਾਂ ਚਲਾਉਣੀ ਆ, ਉਹ ਸਕਿੱਲਸ ਨੂੰ ਥਰੂ ਆਊਟ ਪੰਜਾਬ ਦੇ ਵਿੱਚ DG ਸਾਹਿਬ ਵੱਲੋਂ ਹੁਕਮ ਹੈਗੇ ਆ, ਔਰ ਹੋਰ ਵੀ ਵੱਖ-ਵੱਖ ਸਾਡੇ ਸੀਨੀਅਰ ਆਫਿਸਰਸ ਨੂੰ ਡਿਸਟ੍ਰਿਕਟ ਅਲਾਟ ਹੋਏ ਆ, ਉਹ ਵੀ ਆ ਕੇ ਚੈੱਕ ਕਰ ਰਹੇ ਆ। ਔਰ ਸਾਡੀਆਂ ਜਿੰਨੀਆਂ ਵੀ ਰਿਜ਼ਰਵਸ ਹੈਗੀਆਂ ਜਾਂ ਥਾਣੇ ਦੀ ਫੋਰਸਿਸ ਹੈਗੀਆਂ, ਔਰ ਉਹਨਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਆ। ਪਲੱਸ ਕਿਵੇਂ ਜੇ ਕੋਈ ਲਾਠੀ ਚਲਾ ਰਿਹਾ, ਕੋਈ ਕਿਰਪਾਨ ਚਲਾ ਰਿਹਾ, ਉਹਨੂੰ ਕਿਵੇਂ ਟੈਕਲ ਕਰਨਾ, ਉਹਦੇ ਬਾਰੇ ਜਿਹੜੀਆਂ स्किल हैगियाँ सारियाँ वो डेवलप कर रहे हैं। जो अजनाला घटना हुई है उसके बाद ही
क्योंकि अजनाला में पुलिस वाले जख्मी है, तो इसके लिए क्या ये जो निहंग सिंहों से आप ट्रेनिंग ले रही है पंजाब पुलिस? नहीं नहीं, ऐसा नहीं है। ਐਸੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਪਹਿਲਾਂ ਵੀ ਪਹਿਲੀਆਂ ਵੀ ਤੁਹਾਨੂੰ ਮੈਂ ਫੋਟੋਜ਼ ਦਿਖਾ ਦੂੰਗਾ। ਅਜਨਾਲੇ ਵਾਲਾ ਕੋਈ ਨਹੀਂ ਹੈਗਾ, ਪਰ ਇੱਕ ਮੌਬ ਲੇਟੈਸਟ ਜੇ ਕਹੀਏ ਆਪਾਂ ਤਾਂ ਲੇਟੈਸਟ ਜਿਹੜੀ ਘਟਨਾ ਹੋਈ ਆ ਉਹ ਅਜਨਾਲੇ ਹੋਈ ਆ। ਉਸ ਤੋਂ ਪਹਿਲਾਂ ਵੀ ਜਿਹੜੀ ਮੌਬ ਕੰਟਰੋਲ ਦੀ ਹੈਗੀ ਆ ਸਾਡੀ ਸਕਿੱਲਸ ਹੁੰਦੀਆਂ, ਔਰ ਟ੍ਰੇਨਿੰਗ ਦਾ ਸਾਡੀ ਦਾ ਪਾਰਟ ਆ ਇਹ। ਜਿਵੇਂ ਫਲੋਰ ਟ੍ਰੇਨਿੰਗ ਹੁੰਦੀ ਆ ਸਾਡੀ, ਔਰ ਪਲੱਸ ਜਹਾਨ ਖੇਲਾ ਹੁੰਦੀ ਆ, ਉੱਥੇ ਵੀ ਟ੍ਰੇਨਿੰਗ ਦਿੰਦੇ। ਪਰ ਕੋਈ ਵੀ ਟ੍ਰੇਨਿੰਗ ਆ ਉਹਦੀ ਪ੍ਰੈਕਟਿਸ ਕਰਦੇ ਰਹਿਣਾ ਚਾਹੀਦਾ, ਫਿਰ ਸਾਡੀ ਸਕਿੱਲ ਰਹਿੰਦੀ ਆ ਮੇਨਟੇਨ ਰਹੂਗੀ। ਜੇ ਆਪਾਂ ਉਹਨੂੰ ਸਕਿੱਲ ਨੂੰ, ਹੁਣ ਮੈਂ ਫੋਰ ਐਗਜ਼ਾਮਪਲ 10 ਸਾਲ ਪਹਿਲਾਂ ਕੋਈ ਸਕਿੱਲ ਕੀਤੀ ਹੈਗੀ ਆ, ਜੇ ਮੈਂ ਉਹਦੀ ਪ੍ਰੈਕਟਿਸ ਨਹੀਂ ਕਰੂੰਗਾ, ਮੇਰੇ ਮਾइंड 'ਚ ਤਾਂ ਹੋਊਗੀ ਪਰ ਮੇਰੇ ਜਿਹੜੇ ਹੱਥ ਆ ਜਾਂ पैर ਉਹ नहीं चलने। और बात की जाए तो जैसे पंजाब पुलिस में भर्ती होती है तो पंजाब पुलिस द्वारा भी ट्रेनिंग दी जाती है, तो उसमें उस वक्त क्या ये जैसे आपने बताया कि लाठी या जो गतका सिखाया जा रहा है निहंग सिंह द्वारा, तो ये ट्रेनिंग भी होती है? नहीं, निहंग ਸਿੰਘਾਂ मैं ਤੁਹਾਨੂੰ ਕੀ ਕਹਿ ਰਿਹਾ ਵੀ ਇੱਕ ਗੱਤਕਾ ਖੇਡਦੀ ਹੋਈ ਕੋਈ ਬੰਦਾ ਆ ਰਿਹਾ, ਉਹਨੂੰ ਕਿਵੇਂ ਕੰਟਰੋਲ ਕਰਨਾ। तो ये सीखा जा रहा है? ਹਾਂ ਬਿਲਕੁਲ ਬਿਲਕੁਲ, ਜਿਹੜੀ ਸਾਡਾ ਪਾਰਟ ਆਫ ਹੈਗਾ ਆ, ਜਿਹੜਾ ਸਾਡੀ ਟ੍ਰੇਨਿੰਗ ਦਾ ਹੈਗਾ। ਜਿਸ ਤਰੀਕੇ ਦੀ ਵੀ ਪੰਜਾਬ ਪੁਲਿਸ ਨੂੰ ਕੋਈ ਪ੍ਰੋਬਲਮ ਆਉਂਦੀ ਆ, ਉਹਨੂੰ ਸੋਲਵ ਕਰਨ ਲਈ ਵੱਖ-ਵੱਖ ਥਿਊਰੀਜ਼ 'ਤੇ ਵਰਕ ਕਰ ਰਹੇ ਹੈਗੇ ਆ, ਔਰ ਸਾਡੇ ਜੋ ਸੀਨੀਅਰ ਅਫਸਰ ਹੈਗੇ ਆ ਉਹ ਉਸੇ 'ਤੇ ਵਰਕ ਕਰ ਰਹੇ ਹੈਗੇ ਆ। ਕੋਈ ਵੀ ਪ੍ਰੋਬਲਮ ਆਉਂਦੀ ਆ, ਉਸ ਪ੍ਰੋਬਲਮ ਨੂੰ ਸੋਲਵ ਤਾਂ ਕਰਨਾ ਹੀ ਹੈ ਨਾ, ਉਹ ਸਾਡੀ ਡਿਊਟੀ ਹੈਗੀ ਆ। ਉਹਦਾ ਹੀ ਇੱਕ ਪਾਰਟ ਆ ਇਹ। ਜੇ ਇਸ ਤਰੀਕੇ ਨਾਲ ਕੋਈ ਗੱਤਕਾ ਖੇਡਦਾ ਆ ਰਿਹਾ ਤੇ ਉਹਨੂੰ ਸਾਡੀ ਪੁਲਿਸ ਨੇ ਕਿਵੇਂ ਹੈਂਡਲ ਕਰਨਾ ਹੈ। ये पूरे पंजाब की जो पुलिस फोर्स है उसको सिखाया जा रहा है हर जिले में? ਨਹੀਂ, ਅਸੀਂ ਇੱਥੇ ਜਲੰਧਰ ਕੀਤਾ ਹੈਗਾ। जैसे मुक्तसर में भी वीडियो सामने आई है। ਮੁਕਤਸਰ ਹੋ ਸਕਦਾ ਹੋਰ ਵੀ ਕਿਸੇ ਜ਼ਿਲ੍ਹੇ ਨੇ ਕੀਤਾ ਹੋਊਗਾ, ਕਿਉਂਕਿ ਸਾਰੇ ਪੰਜਾਬ ਨੂੰ ਹੀ ਆਰਡਰ ਹੈਗੇ ਆ। ਔਰ ਜੇ ਮੌਬ ਇਸ ਤਰ੍ਹਾਂ ਤਰੀਕੇ ਨਾਲ ਆਊਗੀ ਤਾਂ ਉਹਨੂੰ ਕਿਵੇਂ ਕੰਟਰੋਲ ਕਰਨਾ। ਅਗਲੀ ਖਬਰ ਹਲਕਾ ਆਦਮਪੁਰ ਤੋਂ ਆ ਕਿ ਹਲਕਾ ਆਦਮਪੁਰ ਦੇ ਵਿੱਚ ਗੰਦਗੀ ਦੇ ਜਿਹੜੇ ਢੇਰ ਨੇ ਉਹ ਲੱਗੇ ਹੋਏ ਨੇ। ਚਾਰੇ ਪਾਸੇ ਹਲਕਾ ਆਦਮਪੁਰ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਨਜ਼ਰ ਆ ਰਹੇ ਨੇ। ਤਾਂ ਇਸ ਗੱਲ ਦਾ ਜਿਹੜਾ ਖੁਲਾਸਾ ਇੱਕ ਵੀਡੀਓ ਪਾ ਕੇ ਹਲਕਾ ਆਦਮਪੁਰ ਦੇ ਸਾਬਕਾ MLA ਪਵਨ ਟੀਨੂ ਨੇ ਕੀਤਾ। ਪਵਨ ਟੀਨੂ ਨੇ ਕਈ ਸਵਾਲ ਖੜੇ ਕੀਤੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ, ਮੌਜੂਦਾ ਪ੍ਰਸ਼ਾਸਨ ਦੇ ਉੱਤੇ, ਕਿ ਕਿਵੇਂ ਆਦਮਪੁਰ ਸ਼ਹਿਰ ਦੇ ਵਿੱਚ, ਆਦਮਪੁਰ ਹਲਕੇ ਦੇ ਵਿੱਚ ਗੰਦਗੀ ਦੇ ਥਾਂ-ਥਾਂ ਦੇ ਉੱਤੇ ਢੇਰ ਲੱਗੇ ਹੋਏ ਨੇ ਅਤੇ ਇਸ ਗੰਦਗੀ ਨੂੰ ਕੋਈ ਚੁੱਕਣ ਵਾਲਾ ਵੀ ਨਹੀਂ। ਕੋਲ ਲੰਘਦੇ ਲੋਕਾਂ ਨੂੰ ਲੰਘਣਾ ਤੱਕ ਉਸ ਥਾਂ ਦੇ ਉੱਤੋਂ ਮੁਤਾਜ ਹੋ ਜਾਂਦਾ ਜਿੱਥੇ ਐਡੇ ਵੱਡੇ ਗੰਦਗੀ ਦੇ ਢੇਰ ਲੱਗੇ ਹੋਏ ਨੇ। ਹਲਕਾ ਆਦਮਪੁਰ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਤੋਂ ਬਾਅਦ ਪਵਨ ਟੀਨੂ ਅਕਾਲੀ ਦਲ ਦੇ ਸਾਬਕਾ MLA ਨੇ ਕੀ ਕੁਝ ਆਖਿਆ। ਉਹਨਾਂ ਨੇ ਇਹਨਾਂ ਢੇਰਾਂ ਦੇ ਬਾਰੇ ਜੋ ਵੀਡੀਓ ਸਾਂਝੀ ਕੀਤੀ ਹੈ ਉਸ ਦੇ ਵਿੱਚ ਉਹਨਾਂ ਨੇ ਕੀ ਕੁਝ ਆਖਿਆ, ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਆਦਮਪੁਰ 'ਚ ਆਹ ਹਾਲਾਤ ਆ, ਜਿਹੜਾ ਅਸੀਂ ਉਦੋਂ ਪਾਰਕ ਬਣਾਇਆ ਸੀ, ਕਿੰਨੇ ਸੋਹਣੇ ਬੂਟੇ ਲਾਏ ਸੀ, ਅੱਜ ਉਹਦੀ ਹਾਲਤ ਦੇਖੋ ਕੀ ਆ। ਆਹ ਗੰਦਗੀ ਦੇਖ ਲਓ, ਗੰਦਗੀ ਦੇ ਅੰਬਾਰ ਲੱਗੇ ਹੋਏ ਆ। ਆਹ ਪਿੱਛੇ ਸੇਵਾ ਕੇਂਦਰ ਆ, ਉਹ ਵੀ ਬੰਦ ਪਿਆ ਤੇ ਬੁਰੀ ਹਾਲਤ ਆ। ਸੈਂਕੜੇ ਲੋਕ ਉੱਥੋਂ ਆਪਣੇ ਕੰਮ ਕਰਾਉਣ ਰੋਜ਼ਾਨਾ ਆਉਂਦੇ ਸੀ। ਮੈਂ ਵੇਖਣ ਆਇਆ ਸੀ ਬਦਲਾਓ, ਜਿਹੜਾ ਖੱਟੀਆਂ ਪੱਗਾਂ ਬੰਨ੍ਹ ਕੇ ਬਦਲਾਓ ਲਿਆਉਣ ਦੀ ਗੱਲ ਕਰਦੇ ਸੀ ਉਦੋਂ, ਉਹ ਬਦਲਾਓ ਆਹ ਬਦਲਾਓ ਵਿਖਦਾ ਅੱਜ, ਸ਼ਰੇਆਮ ਬਦਲਾਓ ਵਿਖ ਰਿਹਾ। ਤੇ ਨਗਰ ਕੌਂਸਲ ਦੇ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਦਾ, ਨਗਰ ਕੌਂਸਲ ਨੂੰ ਤੁਸੀਂ ਵੀ ਧਿਆਨ ਦਿਓ, ਇਹ ਤੁਹਾਡਾ ਵੀ ਫਰਜ਼ ਆ ਇਹ। ਤੇ ਮੈਂ ਤੁਹਾਨੂੰ ਵੀ ਪੁੱਛਦਾ, ਪਿਛਲੀ ਸਰਕਾਰ ਨੂੰ ਵੀ ਕਿੱਥੇ ਗਿਆ ਤੁਹਾਡਾ ਸ਼ਾਪਿੰਗ ਕੰਪਲੈਕਸ, 에ਅਰ ਕੰਡੀਸ਼ਨ ਮਾਰਕੀਟ ਜਿਹਦੇ ਵਾਸਤੇ ਪੈਸੇ ਇਕੱਠੇ ਕੀਤੇ ਜਾ ਰਹੇ ਸੀ, ਕਿੱਥੇ ਗਿਆ ਤੁਹਾਡਾ 에ਅਰ ਕੰਡੀਸ਼ਨ ਬੱਸ ਅੱਡਾ, ਕਿੱਥੇ ਗਏ ਸਾਰੇ ਖੋਖਲੇ ਵਾਅਦੇ। ਅੱਜ ਸਾਲ ਬੀਤ ਗਿਆ, ਕੁਛ ਤਾਂ ਸੋਚੋ ਲੋਕਾਂ ਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਆ, ਜਿਨ੍ਹਾਂ ਨੇ ਤੁਹਾਡੇ ਤੇ ਵਿਸ਼ਵਾਸ ਵਿਅਕਤ ਕੀਤਾ ਆ। ਤੇ ਇਹ ਮੁੱਖ ਮੰਤਰੀ ਨੂੰ, ਮੰਤਰੀ ਜੀ ਨੂੰ, ਨਗਰ ਕੌਂਸਲ ਨੂੰ ਇਹਦਾ ਧਿਆਨ ਲੈਣਾ ਚਾਹੀਦਾ। ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਕੱਢਣੀ ਚਾਹੀਦੀ। ਧੰਨਵਾਦ। ਤਲਵੰਡੀ ਸਾਬੋਂ ਦੇ ਪਿੰਡ ਤਿਉਣਾ ਪੁਜਾਰੀਆ ਦੇ ਕੋਲੋਂ ਲੰਘਦੇ ਕੋਟਲਾ ਰਜਵਾਹੇ ਦੇ ਵਿੱਚ ਪਾੜ ਪੈ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਪਾੜ ਪੈਣ ਦੇ ਨਾਲ ਇਲਾਕੇ ਦੇ ਵਿੱਚ ਹੜ੍ਹ ਵਰਗੀ ਜਿਹੜੀ ਹਾਲਾਤ ਨੇ ਉਹ ਬਣੇ ਹੋਏ ਨੇ। ਤਲਵੰਡੀ ਸਾਬੋਂ ਦੇ ਪਿੰਡ ਤਿਉਣਾ ਪੁਜਾਰੀਆਂ ਦੇ ਕੋਲੋਂ ਲੰਘਦੇ ਰਜਵਾਹਾ, ਕੋਟਲਾ ਰਜਵਾਹਾ ਦੇ ਵਿੱਚ ਪਿੰਡ ਵਾਲੇ ਪਾਸੇ ਪਾੜ ਪਿਆ, ਜਿਸ ਦੇ ਨਾਲ ਪਿੰਡ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਆ ਚੁੱਕਿਆ। ਪਿੰਡ ਦੇ ਵਿੱਚ ਬਣੇ ਹੋਏ ਕੇਂਦਰੀ ਵਿਦਿਆਲੇ ਦੇ ਵਿੱਚ ਪਾਣੀ ਭਰ ਚੁੱਕਿਆ। ਕੇਂਦਰੀ ਵਿਦਿਆਲੇ ਦੀ ਕੰਧ ਡਿੱਗ ਚੁੱਕੀ ਹੈ। ਹੋਸਟਲਾਂ ਤੱਕ ਕੇਂਦਰੀ ਵਿਦਿਆਲੇ ਦੇ ਵਿੱਚ ਕਈ ਹੋਰ ਥਾਵਾਂ ਦੇ ਉੱਤੇ ਪਾਣੀ ਭਰ ਗਿਆ ਤੇ ਪਿੰਡ ਦੇ ਵਿੱਚ ਵੀ ਪਾਣੀ ਆਉਣ ਦਾ ਖਤਰਾ ਲਗਾਤਾਰ ਬਣਿਆ ਹੋਇਆ। ਇਸ ਮੌਕੇ ਜੇਕਰ ਜਲਦੀ ਇਸ
ਰਜਵਾਹੇ ਦੇ ਵਿੱਚ ਪਏ ਹੋਏ ਪਾੜ ਨੂੰ ਨਾ ਭਰਿਆ ਗਿਆ ਤਾਂ ਪਾਣੀ ਪਿੰਡ ਦੇ ਵਿੱਚ ਵੀ ਵੜ ਸਕਦਾ, ਜਿਸ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਸਕਦਾ ਹੈ, ਕਿਉਂਕਿ ਇੱਕ ਪਾਸੇ ਕਿਸਾਨਾਂ ਦੀਆਂ ਫਸਲਾਂ ਪੱਕਣ ਕੰਢੇ ਆਉਣ ਵਾਲੀਆਂ ਨੇ। ਅਜਿਹੇ ਸਮੇਂ ਦੇ ਵਿੱਚ ਜੇਕਰ ਉਹਨਾਂ ਫਸਲਾਂ ਦੇ ਵਿੱਚ ਪਾਣੀ ਵੜਦਾ ਹੈ ਤਾਂ ਕਿਸਾਨਾਂ ਦਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਵੇਗਾ। ਬਿਲਕੁਲ ਕੰਢੇ ਤੇ ਆਈ ਹੋਈ ਫਸਲ ਖਰਾਬ ਹੋ ਸਕਦੀ ਹੈ, ਪੂਰੇ ਸਾਲ ਦੀ ਕੀਤੀ ਹੋਈ ਮਿਹਨਤ ਪਾਣੀ ਦੇ ਵਿੱਚ ਰੁੜ ਸਕਦੀ ਹੈ। ਇਸ ਮੌਕੇ ਪਿੰਡ ਵਾਲਿਆਂ ਨੇ ਅਤੇ ਸਥਾਨਕ ਲੋਕਾਂ ਨੇ ਨਹਿਰੀ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਨੇ ਰੋਸ ਜ਼ਾਹਿਰ ਕੀਤਾ ਨਹਿਰੀ ਵਿਭਾਗ ਦੇ ਖਿਲਾਫ ਕਿ ਨਹਿਰੀ ਵਿਭਾਗ ਦੀ ਢਿੱਲੀ ਕਾਰਜਕਾਰੀ ਕਾਰਨ ਅਜਿਹਾ ਹੋਇਆ। ਤਲਵੰਡੀ ਸਾਬੋ ਦੇ ਪਿੰਡ ਤਿਉਣਾ ਦੇ ਨਜ਼ਦੀਕ ਰਾਹੀਂ ਲੰਘਦੇ ਕੋਟਲਾ ਰਜਵਾੜੇ ਦੇ ਵਿੱਚ ਪਾੜ ਪੈ ਚੁੱਕਿਆ ਤੇ ਇਹ ਪਾੜ ਮਾੜਾ ਮੋਟਾ ਵੀ ਨਹੀਂ, 20 ਫੁੱਟ ਲੰਬਾ ਇਹ ਪਾੜ ਪਿਆ, ਬਹੁਤ ਵੱਡਾ ਪਾੜ ਹੈ, ਜਿਸ ਕਰਕੇ ਪਿੰਡ ਦੇ ਵਿੱਚ ਪਾਣੀ ਆ ਚੁੱਕਿਆ ਤੇ ਹੜ੍ਹ ਵਰਗੇ ਹਾਲਾਤ ਬਣਨ ਦੇ ਆਸਾਰ ਲੱਗ ਰਹੇ ਨੇ ਕਿ ਪਿੰਡ ਦੇ ਵਿੱਚ ਅਜਿਹੇ ਆਸਾਰ ਬਣ ਸਕਦੇ ਨੇ। ਫਸਲਾਂ ਦੇ ਵਿੱਚ ਪਾਣੀ ਵੜ ਸਕਦਾ, ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਸਕਦਾ। ਫਿਲਹਾਲ ਪਿੰਡ ਦੇ ਵਿੱਚ ਕੇਂਦਰੀ ਵਿਦਿਆਲੇ ਦੇ ਵਿੱਚ ਪਾਣੀ ਭਰ ਚੁੱਕਿਆ ਤੇ ਉਸ ਦੀ ਕੰਧ ਵੀ ਇਸ ਪਾਣੀ ਦੇ ਕਰਕੇ ਡਿੱਗ ਚੁੱਕੀ ਹੈ। 20 ਫੁੱਟ ਚੌੜੇ ਪਏ ਇਸ ਪਾੜ ਕਰਕੇ ਪਿੰਡ ਦੇ ਵਿੱਚ काफ़ी बड़ा नुकसान होने के आशंके जताए जा रहे हैं। सर एक्चुअली हमारी बाउंड्री वॉल के बिल्कुल एडजेसेंट में एक सुआ है और ये मॉर्निंग में कुछ 4 बजे के आसपास हमें पता चला कि सुआ टूट गया है पीछे से और उसी के प्रेशर के साथ जो है हमारी बाउंड्री वॉल भी डैमेज हो गई, टूट गई और सारा जो पानी है वो कैंपस के अंदर फ्लो करना शुरू हो गया, क्वार्टर साइड पे, बच्चों के हॉस्टल साइड पे, स्पोर्ट्स कॉम्प्लेक्स की साइड पे। सो तभी से ही हम लोग कंट्रोल करने की कोशिश कर रहे हैं विद द सपोर्ट ऑफ आवर विलेजर्स। बहुत साथ दिया है हमारी कम्युनिटी ने पूरा, हमें साथ में जो लोग हैं गांव के उन सब ने बहुत सपोर्ट किया है और सिर्फ उन्होंने ही नहीं, हम एडमिनिस्ट्रेशन को भी मॉर्निंग में सुबह ही हमने 4 बजे इंटीमेट कर दिया था और वो भी तभी से ही हमारे साथ लगे हुए हैं इस सारी सिचुएशन को कंट्रोल करने के लिए। टूटने का कारण क्या बताया सर? कारण तो अभी नहीं पता चल पाया क्योंकि अभी हम फिलहाल सिर्फ सिचुएशन को कंट्रोल करने में लगे हुए हैं। स्कूल में कैसा माहौल है आपके? जैसे विद्यार्थी हॉस्टल में भी पानी भर गया है, अब क्वार्टरों में भी पानी भर गया है और पेपर के दिन चल रहे हैं, कैसी मुश्किल आ रही है और लाइट भी बंद कर दी है बिल्कुल आपने? सर अभी फिलहाल सेफ्टी के कंसर्न से तो हमने वाटर सप्लाई और साथ में इलेक्ट्रिसिटी सप्लाई पूरी बंद कर दी है कि कोई शॉर्ट सर्किट ना हो जाए, कोई करंट फ्लो ना करे बच्चों की सेफ्टी के पर्पज़ से। और जहाँ तक बच्चों के एग्ज़ाम्स का सवाल है, बच्चों को सेंटर पे सेफली हम भिजवा रहे हैं जहाँ जहाँ पे उनका है और जहाँ तक यहाँ के अपने नॉर्मल बच्चों का है उनका हमने आज रूटीन पूरा चेंज करके उनको सेफली एक पूरी एकेडमिक ब्लॉक में शिफ्ट कर दिया है बिकॉज उसका लेवल थोड़ा सा ऊंचा है तो वहाँ पे पानी नहीं है। नुकसान की बात करें मैम, कितना पोल भी टूट गए हैं, पानी भी भर गया, कहाँ कहाँ पानी भर गया? हाँ जी सर, फिलहाल तो अभी बाउंड्री वॉल हमारी डैमेज हुई है जो सुबह के साथ साथ थी पूरी और उसमें जो स्ट्रीट पोल्स थे हमारे वो थोड़े से टूटे हैं और अभी तो क्वार्टर्स की तरफ पानी पूरा भरा पड़ा है। अल्टीमेटली सिचुएशन कंट्रोल होने के बाद ही पता चलेगा कि डैमेज कितना हुआ है क्योंकि हॉस्टल्स में भी पानी थोड़ा गया है। तो फिलहाल तो हम सिर्फ सेफ्टी को लेके बच्चों को एक बार शिफ्ट करवा कितने दिन लगता है कि स्कूल में बर्बाद होगा? स्कूल कितने दिन लगता है आपको? सर ट्राइंग अवर लेवल बेस की जितना जल्दी हो सके हम स्मूथ जो है फिर दोबारा अपनी रूटीन में आ जाए, लेकिन जिस हिसाब से सारे लगे हुए हैं लग रहा है कि इट विल टेक सम टाइम। एडमिनिस्ट्रेशन आया? हाँ जी सर, मेरी सुबह से बात चल रही है एडमिनिस्ट्रेशन से और उनकी तरफ से ऑफिसर्स यहाँ पे आके खड़े हैं, दे आर प्रोवाइडिंग देयर हेल्प, देयर टेक्निकल गाइडेंस ऑल्सो। एसडीओ साहब है यहाँ पे, पटवारी जी हैं यहाँ पे, सारे लोग यहाँ पे पहुँचे हुए हैं, जेई हैं यहाँ पे इरिगेशन डिपार्टमेंट की तरफ से। एसडीएम साहब से मेरी शुरू से ही जो है इसके बारे में बातचीत हो रही है एंड ही इज़ अ वेरी कोऑपरेटिव मैन, जिन्होंने बहुत अच्छे से अपनी पूरी फैसिलिटीज़ के साथ हमें कोऑपरेट करने की कोशिश करी है। स्पेशल थैंक्स टू हिम एंड हिज टीम। मेरा नाम सुखदेव सिंह जी, पिंड संगत खुर्द। कहना तो इस तरह ही चाहते हैं जी भी जो सूआ टुटिया सानू बाबे ने अनाउंसमेंट की गुरद्वारे वाले ने कि भाई सूआ टुट गया, उत्थों साढ़े दोनों पिंडों के नगर निवासी संगत पिंड के नगर निवासी साध संगत ने बहुत साथ दिता नगर निवासियों ने इत्थे। पर गट्टे जिन्ने भी घरों के पे सी किन्ने हो सकते, हरेक बंदा 5-4 गट्टे लेके आया, 500 गट्टा तैयार हो गया। पर लोगों की तो मेहनत बहुत की है, पब्लिक ने साथ दिता, गट्टा बन भी लिया सीगा। पर जो डिपार्टमेंट बहुत लेट आया, डिपार्टमेंट कोई पुख्ता प्रबंध नहीं सी, कोई सबूत नहीं सीगा भी जो कि साडी मदद कर सकती। जे डिपार्टमेंट इत्थे मदद करदा चाहुंदा तां हमारा सूआ बंद उस टाइम हो सकता सीगा। की कारण की है तुसीं पहले एक बार बंद करता फिर टुट गया दोबारा फिर टुट गया क्योंकि साडे कोल मटीरियल नहीं है सीगा। जिन्ने के घरों के कोई गट्टे होंदे, कोई 10 गट्टे 5 गट्टे हरेक नगर वासी लेके आया, पर उन्होंने ये गल तो नहीं पता सी ना भी इत्थे मान लो गट्टे सूआ टुटना है, भी ये तो महकमे का काम है। मान लो सानू पुख्ता करते प्रबंध करते गट्टे लिया के दिंदे तो लोग मदद नाल सूआ बंद करते। कारण की लगता है क्यों टुटिया है? कारण ये डिपार्टमेंट वाले कदे भी सफाई वगैरह नहीं होंदी, जिवें चूहे वगैरह खड्डा खुड्डा पालदे करके बंद हो जाता है। चेक नहीं करते डिपार्टमेंट वाले, आउंदे नहीं कोई बार-बार? जेकर होंदा तो हो सकदा, बच भी हो सकदी सी। पक्कन ते नुकसान है? नुकसान बहुत ज़्यादा जी, सामने देखो कैमरा घुमा के तुसीं
ਵੀ ਬਹੁਤ ਜ਼ਿਆਦਾ ਨੁਕਸਾਨ ਹੈ, ਕਿਉਂਕਿ ਫਸਲ ਦਾ ਵੀ ਨੁਕਸਾਨ ਹੈ, ਇੱਥੇ ਸਕੂਲ ਦਾ ਵੀ ਨੁਕਸਾਨ ਹੈ। ਜੋ ਨਮੋਦਾ ਜੋ ਘਰਾਂ ਵਿੱਚ ਪਾਣੀ ਵਗ ਗਿਆ, ਮਸਾਂ ਕਿਸਾਨ ਭਰਾਵਾਂ ਨੇ ਘਰ ਪਾਏ ਹੁੰਦੇ, ਗਰੀਬ ਬੰਦੇ ਆ ਸਾਰੇ ਮਜ਼ਦੂਰ ਵਿਚਾਰੇ, ਇਹਨੇ ਘਰ ਪਾਏ ਆ, ਘਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੋਇਆ। ਮੰਗ ਕੀ ਕਰਦੇ ਹੋ ਸਰਕਾਰ ਤੋਂ? ਮੰਗ ਤਾਂ ਇਹ ਹੈ ਵੀ ਜੋ ਜ਼ਿਮੀਂਦਾਰ ਦਾ ਨੁਕਸਾਨ ਹੋਇਆ ਫਸਲ ਦਾ, ਉਹਦੀ ਪੂਰਤੀ ਕੀਤੀ ਜਾਵੇ। ਜੋ ਘਰਾਂ 'ਚ ਨੁਕਸਾਨ ਹੋਇਆ, ਘਰਾਂ ਦਾ ਨੁਕਸਾਨ ਪੂਰਾ ਕੀਤਾ ਜਾਵੇ। ਜੋ ਬਿਲਡਿੰਗ ਸਕੂਲ ਦੀ ਬਿਲਡਿੰਗ ਹੈ, ਇਹਨਾਂ ਦਾ ਨੁਕਸਾਨ ਹੋਇਆ, ਉਹਦੇ ਪੂਰਾ ਕੀਤਾ ਜਾਵੇ। ਹਾਂਜੀ, ਕੀ ਨਾਮ ਹੈ ਤੁਹਾਡਾ? ਰਾਜਵਿੰਦਰ ਸਿੰਘ ਜੀ, ਸਰਪੰਚ ਤੌਣਾ ਪੁਜਾਰੀਆਂ। ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਟੁੱਟਿਆ ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਬਹੁਤ ਹੋ ਗਿਆ ਜੀ। ਉਹਦਾ ਸਕੂਲ ਦਾ ਤੁਸੀਂ ਦੇਖ ਲਓ, ਕੰਧਾਂ ਵੀ ਢਹਿ ਗਈਆਂ, ਕਮਰਿਆਂ 'ਚ ਪਾਣੀ ਵੜ ਗਿਆ। ਆ ਨਾਲ ਸੰਗਤ ਪਿੰਡ ਹੈ, ਇਹਨਾਂ ਦੇ ਕਮਰਿਆਂ 'ਚ ਪਾਣੀ ਵੜ ਗਿਆ, ਵਿਚਾਰਿਆਂ ਦੇ ਬਹੁਤ ਨੁਕਸਾਨ ਹੋ ਗਿਆ। ਕਾਰਨ ਕੀ ਮੰਨਦੇ ਹੋ ਸੂਆ ਟੁੱਟਣ ਦਾ? ਸੂਆ ਟੁੱਟਣ ਇੱਕ ਤਾਂ ਮਹਿਕਮੇ ਵਾਲੇ ਝਾਕਦੇ ਨਹੀਂ, ਸਾਰੇ ਮੋਗੇ ਬੰਦ ਪਏ ਆ, ਕਣੀਆਂ ਪੈ ਗਈਆਂ, ਮੋਗੇ ਬੰਦ ਹੋ ਗਏ, ਇੱਕ ਦਰਖਤ ਤੋਂ ਡਿੱਗ ਪੈਂਦੇ, ਪੁਲ ਚਲਾ ਕੇ ਅੱਗੋਂ ਬੰਦ ਹੋ ਗਿਆ ਪਾਣੀ, ਉਹ ਇਹਦੀ ਵਜ੍ਹਾ ਨਾਲ ਟੁੱਟਿਆ। ਨਹਿਰੀ ਵਿਭਾਗ ਆਇਆ ਨਹੀਂ ਸਮੇਂ ਸਿਰ? ਕੋਈ ਸਮੇਂ ਸਿਰ ਕੋਈ ਨਹੀਂ ਆਇਆ। ਹੁਣ ਮੰਗ ਕੀ ਕਰਦੇ ਹੋ? ਨੁਕਸਾਨ ਹੋਇਆ ਜਿਹੜਾ? ਜਿਹੜਾ ਨੁਕਸਾਨ ਹੋਇਆ ਲੋਕਾਂ ਦਾ, ਇਹ ਦੇਣ ਦਾ ਹੱਕ ਬਣਦਾ ਹੈ। ਕਿਤੇ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਵੀ ਹਾਂ ਉਹ ਵੀ ਮਾਰੀਆਂ ਗਈਆਂ, ਵਿੱਚੋਂ ਵੇਖੋ ਪਾਣੀ ਕਿਵੇਂ ਖੜਾ, ਪੱਕੀਆਂ ਫਸਲਾਂ। ਆ ਕਣਕ ਖੜੀ ਹੈ ਦੇਖੋ। ਬਹੁਤ ਕਰਦੇ ਹੋ ਤੁਸੀਂ? ਹਾਂਜੀ। ਗੁਰਦੌਰੀ ਕਰਾਈ ਜਾਵੇ, ਮੰਗ ਕਰਦੇ ਹੋ? ਹਾਂ ਮੰਗ ਕਰਦੇ ਹਾਂ ਜੀ, ਗਿਰਦਾਵਰੀ ਹੋਈ ਜਾਵੇ, ਕਰਾਈ ਜਾਵੇ ਤੇ ਲੋਕਾਂ ਨੂੰ ਮੁਆਵਜ਼ਾ ਮਿਲੇ ਜਿਹਨਾਂ ਦਾ ਨੁਕਸਾਨ ਹੋਇਆ। ਇਹ ਸਨ ਅੱਜ ਦੀਆਂ ਮੁੱਖ ਅਤੇ ਚੋਣਵੀਆਂ ਖਬਰਾਂ। ਤੁਸੀਂ ਬਣੇ ਰਹੋ PBC ਦੇ ਨਾਲ। ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।